ਔਰਤਾਂ ਦੀ ਸਥਿਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹਿੰਦੇ ਨੇ। ਤੁਹਾਡੇ ਹਿਸਾਬ ਦੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਔਰਤਾਂ ਦੀ ਸਥਿਤੀ ਕੀ ਨਜ਼ਰ ਆਉਂਦੀ ਹੈ? ਇੱਥੇ ਜਿਹੜੀਆਂ ਮਾਵਾਂ ਬਣ ਰਹੀਆਂ ਨੇ ਇਸ ਵੇਲੇ ਸਾਡੀਆਂ ਨੌਜਵਾਨ ਬੱਚੀਆਂ, ਉਹਨਾਂ ਵਿੱਚੋਂ ਜੇ 80% ਦੇ ਕਰੀਬ ਸਾਰੀਆਂ ਜੇ ਲਹੂ ਦੀ ਕਮੀ ਨਾਲ ਪੀੜਤ ਹੋਣ ਤੇ ਫਿਰ ਉਹਨਾਂ ਦੇ ਅੱਗੋਂ ਬੱਚੇ ਮੇਰੇ ਕੋਲ ਅੱਜ ਵੀ ਵਾਰਡ 'ਚ ਦਾਖਲ ਨੇ। ਕੋਈ 1 ਗ੍ਰਾਮ ਕੋਈ 1.5 ਗ੍ਰਾਮ HB ਵਾਲੇ ਮੇਰੇ ਕੋਲ ਬੱਚੇ ਨੇ ਜਿਨ੍ਹਾਂ ਨੂੰ ਲਹੂ ਚੜਾ ਰਹੇ ਹਾਂ ਅਸੀਂ। ਯਾਨੀ ਬੱਚੇ ਦਾ ਇਲਾਜ ਵੀ, ਫਿਰ ਉਸ ਦਾ ਖਾਣਾ ਪੀਣਾ ਵੀ ਅਸੀਂ ਦੇਖੀਏ ਮਾਂ ਦਾ, ਕਿਉਂਕਿ ਉਹਨੂੰ ਸੁੱਟ ਕੇ ਤੁਰ ਗਏ। ਇਸ ਹਾਲ ਤੇ ਕਿ ਲੋਕ ਧੀਆਂ ਦੇ ਇਲਾਜ ਲਈ ਜੋ ਕਿ ਲਗਭਗ ਮੁਫਤ ਦੇ ਨੇੜੇ ਤੇੜੇ ਹੈ, ਉਹਦੇ ਲਈ ਵੀ ਸਿਰਫ ਸਾਡੀ ਦਿਹਾੜੀ ਖਰਾਬ ਨਾ ਹੋ ਜਾਏ, ਬੱਚੀ ਮਰਦੀ ਹੈ ਤਾਂ ਮਰ ਜਾਏ, ਇਹ ਹਾਲ ਜੇ ਅਸਲੀਅਤ। ਇਹ ਬੱਚੀਆਂ ਜਿਹੜੀਆਂ ਆਪ ਅੱਗੋਂ ਦੁੱਧ ਚੁੰਘਾਉਂਦੀਆਂ ਪਈਆਂ ਨੇ, ਜਿਨ੍ਹਾਂ ਨੂੰ ਦੁੱਧ ਵੀ ਨਹੀਂ ਮਿਲਣਾ ਘਰ ਵਿੱਚ ਨਸੀਬ ਹੋ ਰਿਹਾ, ਜਾਂ ਫਾਲੋ ਕਹਿੰਦੀਆਂ ਅਸੀਂ ਦੇਖਿਆ ਹੀ ਨਹੀਂ, ਅਸਲੀਅਤ ਤੇ ਇਹ ਜੇ ਸਭ ਦੇ ਸਾਹਮਣੇ, ਯਾਨੀ ਇੰਨੇ ਵੱਡੇ ਗਿਣਤੀ ਦੇ ਵਿੱਚ ਵੀ ਸਾਹਮਣੇ ਮੂੰਹ ਤੇ ਕਹਿ ਜਾਂਦੇ ਨੇ ਕੁੜੀ ਹੈ ਅਸੀਂ ਦਾਖਲ ਨਹੀਂ ਕਰਨਾ, ਇਹ ਰੱਬ ਦੇ ਆਸਰੇ ਮਰਦੀ ਹੈ ਮਰ ਜੂ। ਡੋਨੇਸ਼ਨ ਨਾਲ ਉਹਨੂੰ ਇਲਾਜ ਕੀਤਾ ਤੇ ਪੁੱਛਿਆ ਵੀ ਭਾਈ 5-6 ਧੀਆਂ ਦਾ ਕੀ ਮਤਲਬ? ਜਵਾਬ ਸੀ ਘਰ ਵਾਲਾ ਕਹਿ ਰਿਹਾ ਕਿ ਘਰੋਂ ਬਾਹਰ ਕੱਢ ਦੇਗਾ ਧੀਆਂ ਸਮੇਤ ਜੇ ਮੁੰਡਾ ਨਾ ਹੋਵੇ। ਇੱਕ ਔਰਤ ਵੀ ਜਦੋਂ ਜੇ ਤਾਕਤ ਵੇਖਣੀ ਹੋਏ ਤਾਂ ਮੈਂ ਸੈਲਿਊਟ ਕਰਦੀ ਹਾਂ ਕਿ ਔਰਤ ਇੱਕ ਦੂਸਰੇ ਮੁਲਕ ਤੋਂ ਆ ਕੇ ਤੇ ਇਸ ਮੁਲਕ ਦੇ ਵਿੱਚ ਇੱਕ ਚੀਫ ਮਿਨਿਸਟਰ ਤੱਕ ਨੂੰ ਆਪਣੀ ਉਂਗਲੀ ਤੇ ਘੁਮਾ ਸਕਣਾ, ਇਹ ਔਰਤ ਦੇ ਹੱਥ 'ਚ ਸੀ। ਸੁਰੱਖਿਆ ਮੁਹੱਈਆ ਕਰਵਾਉਣ ਦੀ ਜੇ ਅਸੀਂ ਗੱਲ ਕਰ ਲਈਏ, ਕਿਉਂਕਿ ਅੱਜ ਵੀ ਤੁਸੀਂ ਕਹਿੰਦੇ ਕਿ ਬਲਾਤਕਾਰ ਹੁੰਦੇ ਨੇ, ਅਸੀਂ ਵੀ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਔਰਤਾਂ ਹਾਲੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਘਰ ਨੂੰ ਸ਼ਾਮ ਨੂੰ ਛੇਤੀ ਪਰਤਣਾ ਲੋਚਦੀਆਂ ਨੇ ਕਿਉਂਕਿ ਸਮਾਂ ਅਜਿਹਾ ਹੀ ਹੱਲੇ ਵੀ ਚੱਲ ਰਿਹਾ। ਤੁਹਾਡੇ ਹਿਸਾਬ ਨਾਲ ਸਰਕਾਰੀ ਪੱਖ ਤੇ ਕਿਹੜੀਆਂ ਅਣਗਹਿਲੀਆਂ ਨੇ ਜਿਹੜੀਆਂ ਦਰੁਸਤ ਕਰ ਲੈਣੀਆਂ ਚਾਹੀਦੀਆਂ? ਬੜੀਆਂ ਥਾਵਾਂ ਤੇ ਅਜੇ ਉਹਨਾਂ ਲਈ ਪੀਣ ਦਾ ਪਾਣੀ ਨਹੀਂ, ਉਹਨਾਂ ਕੋਲ ਵਾਸ਼ਰੂਮਸ ਨਹੀਂ ਹਨ, ਜਿਹੜੇ ਉਹ ਕਹਿੰਦੇ ਨੇ ਕਿ ਸਾਨੂੰ ਜੀ ਮਾਹਵਾਰੀ ਆਉਂਦੀ ਹੈ, ਸਾਨੂੰ ਦਿੱਕਤ ਹੁੰਦੀ ਹੈ, ਅਸੀਂ ਨਹੀਂ ਜਾ ਸਕਦੀਆਂ ਸਕੂਲ, ਮਜਬੂਰੀ ਹੈ। ਗੱਲ ਇਹ ਮੈਂ ਨਹੀਂ ਕਹਿੰਦੀ ਕੋਈ NRI ਆ ਕੇ ਗੁਸਲਖਾਨੇ ਬਣਾਵੇ, ਕਿਉਂ ਬਣਾਵੇ, ਕਿਸ ਲਈ, ਉਹਦੀ ਜ਼ਿੰਮੇਵਾਰੀ ਨਹੀਂ ਹੈ। ਇਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਕਿ ਅਸੀਂ ਬੇਸਿਕ ਐਜੂਕੇਸ਼ਨ ਦੇਣੀ ਹੈ। ਜਿਵੇਂ ਜ਼ਿਕਰ ਵੀ ਕਰ ਰਹੇ ਸੀ ਕਿ ਔਰਤਾਂ ਨੂੰ ਬੱਚਾ ਪੈਦਾ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਬਲੱਡ ਦੀ ਬਹੁਤ ਕਮੀ ਹੈ, ਤਾਂ ਫਿਰ ਹੈਲਥ ਤਾਂ ਬਹੁਤ ਜ਼ਿਆਦਾ ਪ੍ਰਾਇੋਰਟੀ ਚੀਜ਼ ਹੋਗੀ, ਕਿਉਂਕਿ ਜੇ ਭਵਿੱਖ ਦੀ ਅਸੀਂ ਗੱਲ ਕਰੀ ਤਾਂ ਔਰਤਾਂ ਤੇ ਬਹੁਤ ਕੁਝ ਕਿ ਸਾਡੇ ਜਿਸ ਇੱਕ ਪਾਸੇ ਭੁੱਖਮਰੀ, ਪੰਜਾਬ ਵਿੱਚ ਭੁੱਖਮਰੀ ਮੇਰੇ ਲਈ ਵੀ ਬੜੀ ਅਜੀਬ ਸੀ ਗੱਲ, ਚਿੰਤਾ ਦੀ ਗੱਲ ਹੈ ਕਿ ਸਾਨੂੰ ਤਾਂ ਕਿਤਾਬਾਂ 'ਚ ਵੀ ਪੜ੍ਹਨ ਨੂੰ ਨਹੀਂ ਸੀ ਮਿਲਦਾ, ਤੇ ਅਸੀਂ ਬੱਚਿਆਂ ਨੂੰ ਹੁਣ ਪੜ੍ਹਾ ਰਹੇ ਹਾਂ ਕਿ ਭੁੱਖਮਰੀ ਦੇ ਕੇਸ 'ਚ ਫੇਰੇ ਆ ਰਹੇ। ਜੇ ਮੁਫਤ ਟੀਕਾਕਰਨ ਵੇਲੇ ਖਿਮਾ ਕਰਿਓ ਤੁਹਾਡੇ ਵੀ ਸਾਹਮਣੇ ਆਇਆ ਨੇ ਕਿਵੇਂ ਕਿੱਟਾਂ ਤੱਕ ਸਾਡੇ ਇੱਥੇ ਲੁਕਾ ਲਈਆਂ ਗਈਆਂ ਕਿ ਅਸੀਂ ਜੀ ਇਲੈਕਸ਼ਨਸ ਦੇ ਨੇੜੇ ਕੱਢਾਂਗੇ ਉਹਨਾਂ ਨੂੰ ਦਿਖਾਉਣ ਲਈ ਕਿ ਸਾਨੂੰ ਵੋਟਾਂ ਮਿਲ ਜਾਣ। ਸੱਚਾਈ ਹੱਲੇ ਵੀ ਅਲੱਗ ਨਜ਼ਰ ਆਉਂਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਕਦਮ ਹੁਣ ਚੁੱਕਣੇ ਚਾਹੀਦੇ ਨੇ ਔਰਤਾਂ ਨੂੰ ਆਪਣੇ ਤੌਰ ਤੇ, ਕਿਉਂਕਿ ਸਰਕਾਰਾਂ ਨੇ ਤਾਂ ਜੋ ਕਰਨਾ ਹੈਗਾ, ਪਰ ਔਰਤਾਂ ਦੀ ਜੇ ਅਸੀਂ ਗੱਲ ਕਰ ਲਈਏ ਉਹਨਾਂ ਨੂੰ ਕਿਹੜੇ ਕਦਮ ਇਸ ਵੇਲੇ ਚੱਕਣੇ ਚਾਹੀਦੇ ਨੇ ਵੀ ਹਾਂ ਆਪਣੇ ਹੱਕਾਂ ਦੇ ਲਈ ਖੜੀਆਂ ਹੋ ਸਕਣ? ਡਾਕਟਰ ਕੋਲੋਂ ਢਿੱਡ ਨਹੀਂ ਲੁਕਾਇਆ ਜਾ ਸਕਦਾ, ਸਾਡੇ ਕੋਲ ਤੇ ਰੋਂਦੀਆਂ ਤੜਫਦੀਆਂ ਆਉਂਦੀਆਂ ਨੇ, ਇੱਥੋਂ ਤੱਕ ਕਹਿ ਜਾਂਦੀਆਂ ਨੇ ਮਾਵਾਂ ਇਹਦੇ ਨਾਲੋਂ ਤਾਂ ਮਾਰੀ ਜਾਵੇ। ਕਿਸੇ ਔਰਤ ਵੱਲੋਂ ਇਹ ਕਹਿਣਾ ਵੀ ਮੇਰੇ ਸਿਰ ਦਾ ਸਾਈਂ ਕਹਿਣ ਵਾਲੀ ਜੋ ਸ਼ਬਦ, ਉਹਨੇ ਕਹਿਣਾ ਵੀ ਇਹ ਕਿਤੇ ਮਗਰੋਂ ਕਿਤੋਂ ਲੱਥ ਜਾਵੇ, ਮਰ ਮੁੱਕ ਜਾਵੇ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂ, ਦਾ ਮਤਲਬ ਸਮਝਦੇ ਹੋ ਕਿੰਨੀ ਦਰਦ ਹੋਏਗੀ। ਬਹੁਤ ਚੀਜ਼ਾਂ ਨੇ, ਮੇਰਾ ਕਹਿਣ ਦਾ ਭਾਵ ਹੈ ਕਿ ਸਾਨੂੰ ਬੇਟੀਆਂ ਨੂੰ ਪਹਿਲਾਂ ਤਾਂ ਆਪਣੇ ਪੈਰਾਂ ਤੇ ਖੜੇ ਹੋਣ ਯੋਗ ਬਣਾਈਏ ਕਿ ਸਰਕਾਰੀ ਝਾਤ ਨਾ ਰੱਖੋ, ਤੁਸੀਂ ਆਪ ਆਪਣੇ ਪੈਰਾਂ ਤੇ ਖੜੇ ਹੋਣਾ ਸਿੱਖੋ। ਅਸੀਂ ਸੈਕਸ ਐਜੂਕੇਸ਼ਨ ਦਾ ਨਾਂ ਲੈਂਦੇ ਸਰ ਉਹ ਹੱਲਾ ਅਸੀਂ ਬਹੁਤ ਜ਼ੋਰ ਦੀ ਮਚਾਉਂਦੇ ਹਾਂ, ਇਹ ਸਮਝੇ ਬਗੈਰ ਕਿ ਉਹਦੇ ਵਿੱਚ ਕੋਈ ਤੁਸੀਂ ਐਕਟ ਨਹੀਂ ਦਿਖਾ ਰਹੇ, ਤੁਸੀਂ ਆਪਣੇ ਸਰੀਰ ਦਾ ਖਿਆਲ ਕਿਵੇਂ ਰੱਖਣਾ ਹੈ, ਚੰਗੀ ਮਾੜੀ ਛੋਹ ਕੀ ਹੈ, ਜੇ ਇਸ ਤੋਂ ਜਾਣੂ ਹੀ ਨਹੀਂ ਕਰਾਵਾਂਗੇ ਤਾਂ ਸਾਡੀਆਂ ਬੇਟੀਆਂ ਇਸੇ ਤਰ੍ਹਾਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਨੇ, ਹੁੰਦੀਆਂ ਰਹਿਣਗੀਆਂ। ਤੁਹਾਡੇ ਧਿਆਨ ਦੇ ਵਿੱਚ ਵੀ ਇਹ ਚੀਜ਼ਾਂ ਹੋਣਗੀਆਂ ਵੀ ਇਹ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈਗਾ, ਇਹ ਔਰਤਾਂ ਦੇ ਲਈ ਚੰਗੇ ਸੰਕੇਤ ਲੈ ਕੇ ਆਇਆ ਜਾਂ ਫਿਰ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਵੀ ਹੋ ਰਹੀਆਂ, ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਜਿਸ ਤਰੀਕੇ ਦਾ ਸਾਈਬਰ ਕ੍ਰਾਈਮ ਇਸ ਵੇਲੇ ਸਾਹਮਣੇ ਆ ਰਿਹਾ ਹੈ, ਉਹ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ, ਦਾ ਮਤਲਬ ਇਹ ਕਿ ਜਿਹੜਾ ਪੋਜ਼ਿਟਿਵ ਐਸਪੈਕਟ ਅਸੀਂ ਦੇਖ ਰਹੇ ਹਾਂ ਉਨਾ ਹੀ ਨੈਗੇਟਿਵ ਐਸਪੈਕਟ ਵੀ ਹੈ। ਤੇ ਜੇ ਔਰਤ ਆਪਣੇ ਆਪ ਨੂੰ ਬਾਜ਼ਾਰੂ ਬਣਾ ਲਏਗੀ ਤਾਂ ਜ਼ਰੂਰ ਸ਼ਿਕਾਰ ਬਣੇਗੀ, ਪਰ ਜੇ ਆਪ ਮਾਈ ਭਾਗੋ ਹੋਏਗੀ ਤੇ ਇੱਜ਼ਤ ਦੀ ਨਜ਼ਰ ਉਹਨੂੰ ਜ਼ਰੂਰ ਮਿਲੇਗੀ।
ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦਾ ਮਸਲਾ ਕਿਵੇਂ ਲੋਕਾਂ ਦੇ ਵਿੱਚ ਵਿਚਾਰਨਾ ਹੈਗਾ, ਪੰਜਾਬ ਦੀ ਪੋਲਿਟਿਕਸ ਕਿਸ ਤਰੀਕੇ ਨਾਲ ਚੱਲ ਰਹੀ ਹੈ, ਬਹੁਤ ਸਾਰੀਆਂ ਚਿੰਤਾਵਾਂ ਨੇ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਅਸਲ ਮਸਲੇ ਨੂੰ ਐਡਰੈਸ ਕਰੀਏ, ਉਹਨਾਂ ਦੀ ਚਰਚਾ ਕਰੀਏ। ਪੰਜਾਬ ਦੇ ਵਿੱਚ ਆਖਰਕਾਰ ਕਿਹੜੇ ਹਾਲਾਤ ਨਾਜ਼ੁਕ ਨੇ, ਕਿਹੜੀਆਂ ਚਿੰਤਾਵਾਂ ਨੇ, ਕਿਹਨਾਂ ਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ, ਕਿਹੜੇ ਮਸਲੇ ਵਿਚਾਰੇ ਜਾਣੇ ਚਾਹੀਦੇ ਨੇ। ਪ੍ਰੋਗਰਾਮ ਮਸਲਾ ਪੰਜਾਬ ਦਾ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਔਰਤਾਂ ਦੀ ਸਥਿਤੀ ਬਾਰੇ, ਤੇ ਸਾਡੇ ਨਾਲ ਉਚੇਚੇ ਤੌਰ ਤੇ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਗੱਲਬਾਤ ਕਰਾਂਗੇ, ਸਮਝਾਂਗੇ ਸਮੇਂ-ਸਮੇਂ ਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਆਪਣੀ ਚਿੰਤਾ, ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਨੇ, ਪਰ ਔਰਤਾਂ ਦੇ ਹਾਲਾਤ ਕੀ ਨੇ ਅੱਜ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਰਕਾਰਾਂ ਸਿਰਫ ਦਾਅਵੇ ਕਰ ਰਹੀਆਂ ਨੇ ਜਾਂ ਔਰਤਾਂ ਬਾਬਤ ਵੀ ਕੋਈ ਵੱਡੇ ਕਦਮ ਚੁੱਕੇ ਗਏ ਨੇ। ਮੈਡਮ, ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਸਾਰੇ ਹੀ ਜਿੰਨੇ ਦੇਖ ਰਹੇ ਨੇ ਬਜ਼ੁਰਗ ਤੇ ਸਾਰੇ ਮੇਰੇ ਹਾਣੀ ਤੇ ਬੱਚੇ, ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤੀ ਕਿ ਇਸ ਵੇਲੇ ਪੋਲਿਟਿਕਸ ਕਿਸੇ ਹੋਰ ਪਾਸੇ ਜਾਂ ਹੋਰ ਪੈਂਡੇ ਤੇ ਤੁਰੀ ਹੋਈ ਹੈ। ਲੜਾਈ ਕੁਰਸੀ ਦੀ ਜਾਂ ਫਿਰ ਆਪਣੇ ਨਿੱਜੀ ਮਫਾਦਾਂ ਦੀ ਜ਼ਿਆਦਾ, ਲੋਕਾਂ ਦੇ ਮਸਲਿਆਂ ਦੀ ਘੱਟ। ਔਰਤਾਂ ਦੀ ਸਥਿਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਮੇਂ-ਸਮੇਂ ਤੇ ਸਵਾਲ ਉੱਠਦੇ ਰਹਿੰਦੇ ਨੇ। ਤੁਹਾਡੇ ਹਿਸਾਬ ਦੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਔਰਤਾਂ ਦੀ ਸਥਿਤੀ ਕੀ ਨਜ਼ਰ ਆਉਂਦੀ? ਦੇਖੋ, ਜੇ ਆਪਾਂ ਪੰਜਾਬ ਦੇ ਮਸਲਿਆਂ ਤੋਂ ਤੁਰੀਏ ਤਾਂ ਜਿਸ ਘਰ ਵਿੱਚ ਬੇਰੁਜ਼ਗਾਰੀ ਸਦਕਾ ਕੋਈ ਨੌਜਵਾਨ ਬੱਚਾ ਖੁਦਕੁਸ਼ੀ ਤੱਕ ਕਰਨ ਤੇ ਗਿਆ ਹੋਵੇ, ਸਮਝ ਆ ਜਾਂਦੀ ਵੀ ਉਸ ਘਰ ਵਿੱਚ ਔਰਤ, ਜਿਹਨੂੰ ਕਿ ਅਸੀਂ ਅਜੇ ਤੱਕ ਸੈਕੰਡ ਰੇਟ ਸਿਟੀਜ਼ਨ ਦਿੱਤਾ ਹੋਇਆ, ਉਹਦਾ ਕੀ ਹਾਲ ਹੋਏਗਾ। ਮੇਰਾ ਖਿਆਲ ਇਹ ਗੱਲ ਲੁਕੀ ਨਹੀਂ। ਉਹ ਪੰਜਾਬ ਜਿਹੜਾ ਸਾਰੀ ਕਹਿ ਸਕਦੇ ਹਾਂ ਹਿੰਦੁਸਤਾਨ ਦਾ ਢਿੱਡ ਕਦੇ ਭਰਿਆ ਕਰਦਾ ਸੀ, ਜਦੋਂ ਉਹਦੇ ਅੰਕੜੇ ਇਹ ਦੱਸਣ ਕਿ ਇੱਥੇ ਜਿਹੜੀਆਂ ਮਾਵਾਂ ਬਣ ਰਹੀਆਂ ਨੇ ਇਸ ਵੇਲੇ, ਸਾਡੀਆਂ ਨੌਜਵਾਨ ਬੱਚੀਆਂ, ਉਹਨਾਂ ਵਿੱਚੋਂ ਜੇ 80% ਦੇ ਕਰੀਬ ਸਾਰੀਆਂ ਜੇ ਲਹੂ ਦੀ ਕਮੀ ਨਾਲ ਪੀੜਤ ਹੋਣ, ਤੇ ਫਿਰ ਉਹਨਾਂ ਦੇ ਅੱਗੋਂ ਬੱਚੇ ਮੇਰੇ ਕੋਲ ਅੱਜ ਵੀ ਵਾਰਡ 'ਚ ਦਾਖਲ ਨੇ। ਕੋਈ 1 ਗ੍ਰਾਮ, ਕੋਈ 1.5 ਗ੍ਰਾਮ HB ਵਾਲੇ ਮੇਰੇ ਕੋਲ ਬੱਚੇ ਨੇ, ਜਿਨ੍ਹਾਂ ਨੂੰ ਲਹੂ ਚੜ੍ਹਾ ਰਹੇ ਹਾਂ ਅਸੀਂ। ਇਸ ਹਾਲਤ ਵਿੱਚ ਕਿ ਸਾਡੇ ਕੋਲ ਪਿਛਲੇ ਲਗਭਗ 4 ਮਹੀਨਿਆਂ ਤੋਂ ਅਸੀਂ ਲਗਾਤਾਰ HB ਕਰਵਾ ਰਹੇ ਹਾਂ ਉਹਨਾਂ ਦੇ ਬੱਚਿਆਂ ਦੇ, ਕਿਸੇ ਦੇ ਵੀ ਇੱਕ ਦੇ ਵੀ ਸਾਡੇ 12 ਗ੍ਰਾਮ ਤੋਂ ਉੱਪਰ ਨਹੀਂ ਆ ਰਿਹਾ। ਯਾਨੀ ਸਾਰੇ ਦੇ ਸਾਰੇ ਲਹੂ ਦੀ ਕਮੀ ਨਾਲ ਪੀੜਤ ਬੱਚੇ ਆ ਰਹੇ ਨੇ, ਜਿਨ੍ਹਾਂ 'ਚ ਬਹੁਤਿਆਂ ਦਾ ਹਾਲ ਇਹ ਹੈ, ਇੱਕ ਤਾਂ ਤੁਹਾਡੇ ਹੁਣੇ ਖੜੇ ਤੁਸੀਂ ਸਾਹਮਣੇ ਦੇਖਿਆ ਕਿ ਕਿਵੇਂ ਰੋ ਕੇ ਉਹ ਗਈ ਹੈ ਕਿ ਮੇਰੇ ਕੋਲ 1 ਰੁਪਈਆ ਵੀ ਨਹੀਂ, ਤੇ ਜਿੰਨੇ ਪੈਸੇ ਸਨ ਪਤੀ ਨਾਲ ਲੈ ਗਿਆ, ਤੇ ਮੇਰਾ ਬੱਚਾ ਤਾਂ ਇੰਝ ਹੀ ਪਿਆ, ਕੁਝ ਵੀ ਨਹੀਂ ਉਹਦੇ ਲਈ। ਯਾਨੀ ਬੱਚੇ ਦਾ ਇਲਾਜ ਵੀ, ਫਿਰ ਉਸ ਦਾ ਖਾਣਾ ਪੀਣਾ ਵੀ ਅਸੀਂ ਦੇਖੀਏ ਮਾਂ ਦਾ, ਕਿਉਂਕਿ ਉਹਨੂੰ ਸੁੱਟ ਕੇ ਤੁਰ ਗਏ। ਇਸ ਹਾਲ 'ਤੇ ਕਿ ਲੋਕ ਧੀਆਂ ਦੇ ਇਲਾਜ ਲਈ, ਜੋ ਕਿ ਲਗਭਗ ਮੁਫਤ ਦੇ ਨੇੜੇ ਤੇੜੇ ਹੈ, ਉਹਦੇ ਲਈ ਵੀ ਸਿਰਫ ਸਾਡੀ ਦਿਹਾੜੀ ਖਰਾਬ ਨਾ ਹੋ ਜਾਏ, ਬੱਚੀ ਮਰਦੀ ਹੈ ਤਾਂ ਮਰ ਜਾਏ, ਇਹ ਹਾਲ ਜੇ ਅਸਲੀਅਤ। ਮਾਵਾਂ ਆਉਂਦੀਆਂ ਨੇ OPD ਵਿੱਚ, ਉਹ ਕਹਿੰਦੀਆਂ ਨੇ ਕਿ ਉਹਨਾਂ ਨੂੰ ਕੰਨ 'ਚ ਆ ਕੇ ਵਿਚਾਰੀਆਂ ਤੜਫਦੀਆਂ, ਕਹਿ ਦਿਓ ਸਾਨੂੰ ਵੀ ਇੱਕ ਵੇਲੇ ਦੁੱਧ ਤਾਂ ਮਿਲ ਜਾਵੇ, ਜਾਂ ਫਲ ਅਸੀਂ ਵੇਖਿਆ ਹੀ ਨਹੀਂ ਕਈ ਮਹੀਨਿਆਂ ਤੋਂ। ਸੋ ਇਹ ਬੱਚੀਆਂ ਜਿਹੜੀਆਂ ਆਪ ਅੱਗੋਂ ਦੁੱਧ ਚੁੰਘਾਉਂਦੀਆਂ ਪਈਆਂ ਨੇ, ਜਿਨ੍ਹਾਂ ਨੂੰ ਦੁੱਧ ਵੀ ਨਹੀਂ ਮਿਲਣਾ ਘਰ ਵਿੱਚ ਨਸੀਬ ਹੋ ਰਿਹਾ, ਜਾਂ ਫਲ ਉਹ ਕਹਿੰਦੀਆਂ ਅਸੀਂ ਦੇਖਿਆ ਹੀ ਨਹੀਂ। ਅਸਲੀਅਤ ਤੇ ਇਹ ਜੇ ਜਿਹੜੀ ਬੜੀ ਚਿੰਤਾ ਦੀ ਗੱਲ ਹੈ ਕਿ ਅਸੀਂ ਬੜੇ ਦਾਅਵੇ ਬਹੁਤ ਵੱਡੇ ਕਰ ਰਹੇ ਹਾਂ, ਅਸੀਂ ਔਰਤਾਂ ਦੇ ਲਈ ਸਹੂਲਤਾਂ ਦੀ ਗੱਲ ਕਰ ਰਹੇ ਹਾਂ, ਪਰ ਹਕੀਕਤ ਤਾਂ ਹਾਲੇ ਵੀ ਉਹੀ ਹੈ ਕਿ ਔਰਤ ਤੇ ਮਰਦ ਦਾ ਫਰਕ ਹਾਲੇ ਵੀ ਰੱਖਿਆ ਜਾ ਰਿਹਾ ਸਾਡੇ। ਬਿਲਕੁਲ ਬਹੁਤ ਵੱਡਾ, ਕਿਉਂਕਿ ਸਾਡੇ ਮੂੰਹ ਤੇ ਸਪਸ਼ਟ, ਮੇਰੇ ਦੇਖੋ ਪੋਸਟ ਗ੍ਰੈਜੂਏਟ ਸਟੂਡੈਂਟਸ ਹੁੰਦੇ ਨੇ ਮੇਰੇ ਨਾਲ, ਹੋਰ ਵੀ ਸਾਡੇ ਸਟਾਫ ਨਰਸ ਬੈਠੀਆਂ ਹੁੰਦੀਆਂ ਨੇ, ਫਾਰਮਾਸਿਸਟ ਹੁੰਦੇ ਨੇ, ਕਲਾਸ 4 ਨੇ, ਅਟੈਂਡੈਂਟਸ ਨੇ, ਸਭ ਦੇ ਸਾਹਮਣੇ, ਯਾਨੀ ਇੰਨੇ ਵੱਡੇ ਗਿਣਤੀ ਦੇ ਵਿੱਚ ਵੀ ਸਾਹਮਣੇ ਮੂੰਹ ਤੇ ਕਹਿ ਜਾਂਦੇ ਨੇ ਕੁੜੀ ਹੈ, ਅਸੀਂ ਦਾਖਲ ਨਹੀਂ ਕਰਨਾ, ਇਹ ਰੱਬ ਦੇ ਆਸਰੇ ਮਰਦੀ ਹੈ ਮਰ ਜੇ। ਇਹ ਹਾਲ ਜੇ ਅਸਲੀਅਤ। ਸਾਡੇ ਕੋਲ ਹੁਣ ਬੱਚਾ ਦਾਖਲ ਹੋਇਆ ਸੀ, ਛੋਟੀ ਕੁੜੀ ਸੀ, 6 ਕੁੜੀਆਂ ਸੀ ਉਹਦੇ ਨਾਲ। ਉਹਨੂੰ ਪੁੱਛਿਆ ਕਿ ਇੰਨੀ ਹਾਲਤ ਮਾੜੀ, ਪਾਟੇ ਕੱਪੜੇ, ਇੱਕ ਚੀਜ਼ ਲਿਆਉਣ ਲਈ ਤੇਰੇ ਕੋਲ ਪੈਸੇ ਨਹੀਂ, ਸਭ ਕੁਝ ਅਸੀਂ ਅਰੇਂਜ ਕਰਕੇ ਦਿੱਤਾ, ਕਿਉਂਕਿ ਸਾਰਾ ਕੁਝ ਤਾਂ ਹਸਪੀਟਲ 'ਚ ਫ੍ਰੀ ਹੁੰਦਾ ਨਹੀਂ। ਸੋ ਡੋਨੇਸ਼ਨਸ ਰਾਹੀਂ ਵੀ, ਆਪਣੇ ਕੋਲੋਂ ਵੀ ਲਾ ਕੇ, ਸਾਡੇ ਬੱਚੇ ਮੇਰੇ PG ਸਟੂਡੈਂਟਸ ਵੀ, ਅਸੀਂ ਡੋਨੇਸ਼ਨ ਨਾਲ ਉਹਨੂੰ ਇਲਾਜ ਕੀਤਾ। ਤੇ ਪੁੱਛਿਆ ਵੀ ਭਾਈ 5-6 ਧੀਆਂ ਦਾ ਕੀ ਮਤਲਬ ਹੈ? ਜਵਾਬ ਸੀ ਘਰ ਵਾਲਾ ਕਹਿ ਰਿਹਾ ਕਿ ਘਰੋਂ ਬਾਹਰ ਕੱਢ ਦੇਗਾ ਧੀਆਂ ਸਮੇਤ ਜੇ ਮੁੰਡਾ ਨਾ ਹੋਇਆ। ਯਾਨੀ ਕਿ ਅਸੀਂ ਕਿਸ ਲੈਵਲ 'ਤੇ ਬੈਠੇ, ਕੀ ਐਜੂਕੇਸ਼ਨ ਦੇ ਸਕੇ ਹਾਂ ਅਸੀਂ? ਇਹ ਸਾਰੇ ਅਨਪੜ੍ਹ ਬੱਚੇ ਜੋ ਅਸੀਂ ਤਿਆਰ ਕਰ ਰਹੇ ਹਾਂ, ਧੀਆਂ ਖਾਸ ਤੌਰ 'ਤੇ, ਇੰਨੀ ਅੱਤ ਦੀ ਗਰੀਬੀ, ਤੁਹਾਨੂੰ ਲੱਗਦਾ ਕਿ ਸਮਾਜ ਉਹਨਾਂ ਨੂੰ ਚੱਬ ਨਹੀਂ ਜਾਏਗਾ? ਜੇ ਰੱਜੇ ਪੁੱਜੇ ਘਰਾਂ ਦੇ ਵਿੱਚ ਸਾਡੇ ਕੋਲ ਕੇਸਿਸ ਆ ਰਹੇ ਨੇ ਜਿੱਥੇ ਧੀਆਂ ਦਾ ਉਹਨਾਂ ਦੇ ਆਪਣੀ ਰਿਸ਼ਤੇਦਾਰਾਂ ਵੱਲੋਂ ਬਲਾਤਕਾਰ ਹੋ ਰਹੇ ਨੇ, ਸੈਕਸੁਅਲ ਹਰਾਸਮੈਂਟ ਹੋ ਰਹੀ ਹੋਵੇ, ਜਿੱਥੇ ਪਬਲਿਕ ਦੇ ਵਿੱਚ ਮੋਗਾ ਕਾਂਡ ਵਰਗੇ ਚੀਜ਼ਾਂ, ਯਾਨੀ ਜਿੱਥੇ ਅਸੀਂ ਦੇਖਦੇ ਹਾਂ ਸਿਆਸਤਦਾਨ, ਪੁਲਿਸ ਵਾਲੇ
ਐਡਵੋਕੇਟਸ ਹਰ ਲੈਵਲ ਦੇ ਵਿੱਚ ਜਿਹੜਾ ਇੰਟਰਮਿੰਗਲਡ ਉਹ ਕੇਸਿਸ ਸਾਡੇ ਕੋਲ ਆ ਰਹੇ ਨੇ ਜਿਹੜੇ ਹਨ। ਉਸੇ ਹੀ ਤਰ੍ਹਾਂ ਮੈਂ ਕਿਸੇ ਨੂੰ ਇਹ ਨਹੀਂ ਇੱਕ ਪੇਸ਼ੇ ਦੇ ਉੱਤੇ ਉਂਗਲ ਨਹੀਂ ਚੁੱਕ ਰਹੀ, ਕਿਉਂਕਿ ਹਰ ਪੇਸ਼ੇ ਦੇ ਵਿੱਚ ਇਹੋ ਜਿਹੇ ਲੋਕ ਹਨ। ਕਹਿਣ ਦਾ ਭਾਵ ਇਹ ਹੈ ਕਿ ਪੜ੍ਹੇ ਲਿਖਿਆਂ ਤੋਂ ਲੈ ਕੇ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਨੇ ਉਸ ਲੈਵਲ ਤੋਂ ਹੇਠਾਂ ਤੱਕ, ਕੁਰਸੀਆਂ ਸਾਂਭਣ ਵਾਲਿਆਂ ਤੋਂ ਥੱਲੇ ਤੱਕ, ਜੇ ਹਰ ਜਣਾ ਗ੍ਰਸਤ ਹੋਵੇ ਵੀ ਔਰਤ ਦੇ ਉੱਤੇ ਤਸ਼ੱਦਦ ਕਰਨਾ ਜਾਂ ਸਰੀਰਕ ਸ਼ੋਸ਼ਣ ਕਰਨਾ, ਤਾਂ ਫਿਰ ਅਸੀਂ ਕੀ ਭਾਲਦੇ ਹਾਂ ਇਹਦੇ ਵਿੱਚੋਂ? ਕਿਸੇ ਨੂੰ ਕੁਝ ਸਿਕਿਉਰਿਟੀ ਜਾਂ ਵੂਮਨ ਸਿਕਿਉਰਿਟੀ ਵਰਗੀ ਚੀਜ਼। ਮੈਂ ਇੱਕ ਸਵਾਲ ਹੀ ਤੁਹਾਡੇ ਤੋਂ ਪੁੱਛਦੀ ਹਾਂ, ਕਿਉਂਕਿ ਖਬਰਾਂ 'ਚ ਹੀ ਮੈਂ ਤਾਂ ਪੜ੍ਹਿਆ, ਇੱਕ ਔਰਤ ਵੀ ਜਦੋਂ ਜੇ ਤਾਕਤ ਵੇਖਣੀ ਹੋਏ ਤਾਂ ਮੈਂ ਸੈਲਿਊਟ ਕਰਦੀ ਹਾਂ ਕਿ ਔਰਤ ਇੱਕ ਦੂਸਰੇ ਮੁਲਕ ਤੋਂ ਆ ਕੇ ਤੇ ਇਸ ਮੁਲਕ ਦੇ ਵਿੱਚ ਇੱਕ ਚੀਫ ਮਿਨਿਸਟਰ ਤੱਕ ਨੂੰ ਆਪਣੀ ਉਂਗਲੀ ਤੇ ਘੁਮਾ ਸਕਣਾ, ਇਹ ਔਰਤ ਦੇ ਹੱਥ 'ਚ ਸੀ। ਯਾਨੀ ਔਰਤ ਇੰਨੀ ਤਾਕਤਵਰ ਵੀ ਬਣ ਸਕਦੀ ਹੈ ਕਿ ਦੂਜੇ ਮੁਲਕ ਤੋਂ ਆ ਕੇ ਚੀਫ ਮਿਨਿਸਟਰ ਸਮੇਤ ਹੇਠਾਂ ਪੂਰੇ ਦੀ ਪੂਰੀ ਜਿੰਨਾ ਕੁਨਬਾ ਬੈਠਾ ਉਹਦੀ ਉਂਗਲ ਤੇ ਨੱਚ ਸਕਦਾ ਹੈ। ਇਹ ਪਾਵਰ ਹੈ ਔਰਤ ਦੀ। ਬਿਲਕੁਲ, ਤੇ ਬੜੇ ਹਾਲਾਤਾਂ ਦੇ ਨਾਲ ਸਮਝੌਤੇ ਹੋ ਜਾਂਦੇ ਨੇ ਉਸ ਜਿਸ ਪੱਖ ਨੂੰ ਤੁਸੀਂ ਗੱਲ ਕਰ ਰਹੇ ਹੋ। ਦੂਜੇ ਪਾਸੇ ਹੁਣ ਜਦੋਂ ਕੋਈ ਇਹੋ ਜਿਹੀ ਪੋਸਟ ਤੇ ਆਉਂਦੀ ਜੇ ਔਰਤ, ਤਾਂ ਮੈਂ ਉਹਦਾ ਦੂਜਾ ਐਗਜ਼ਾਮਪਲ ਵੀ ਦੇਣ ਲੱਗੀ ਹਾਂ, ਜੋ ਕਿ ਸਾਈਕੈਟਰਿਸਟਸ ਵੀ ਸਾਈਕੋਲੋਜਿਸਟ ਵੀ ਦੱਸਦੇ ਨੇ ਕਿ ਉਹ ਆਪਣੇ ਆਪ ਨੂੰ ਮਰਦ ਵਾਂਗ ਗਿਣਨਾ ਸ਼ੁਰੂ ਹੋ ਜਾਂਦੀ ਹੈ। ਫॉर ਐਗਜ਼ਾਮਪਲ ਮਨੀਸ਼ਾ ਗੁਲਾਟੀ ਜੀ ਦਾ ਨਾਮ ਹੋਰ ਮੈਂ ਲੈਣਾ ਚਾਹੁੰਦੀ ਹਾਂ, ਜੋ ਖਬਰਾਂ 'ਚ ਛਪਿਆ ਕਿ ਜਿਨ੍ਹਾਂ ਨੇ ਕਿਹਾ ਮੈਂ ਮਟਕਾ ਚੌਂਕ 'ਚ ਵੀ ਬੈਠ ਜਾਊਂਗੀ ਜੇ ਚੰਨੀ ਜੀ ਦਾ ਨਾ ਐਕਸ਼ਨ ਲਿਆ ਗਿਆ। ਤੁਸੀਂ ਸਭ ਨੇ ਪੜ੍ਹਿਆ, ਖਬਰਾਂ ਛਪੀਆਂ। ਹੁਣ ਇਨਸਟੈਂਟ ਚੇਂਜ ਕੀ ਹੁੰਦਾ ਜੇ, ਕਿਉਂਕਿ ਉਹ ਪਾਵਰ ਵਾਲੀ ਸੀਟ ਹੈ, ਉਹਦਾ ਬਜਾਏ ਕਿ ਇੱਕ ਔਰਤ ਹੁੰਦਿਆਂ ਹੋਇਆਂ ਇੱਕ ਔਰਤ ਪ੍ਰਤੀ ਉਹਦਾ ਕੋਈ ਪੋਜ਼ਿਟਿਵ ਰੋਲ ਦਿਸਦਾ ਕਿ ਮੈਂ ਅੱਜ ਰਿਜ਼ਾਈਨ ਕਰ ਦਿੰਦੀ ਹਾਂ, ਬਲਕਿ ਉਹਨੂੰ ਰੱਖਣ ਲਈ ਪੋਸਟ ਨੂੰ ਕਹਿ ਦੇਣਾ ਨਵਾਂ ਸੂਰਜ ਚੜ੍ਹਿਆ ਤੇ ਮੈਂ ਤਾਂ ਉਸੇ ਨੂੰ ਸਲਾਮ ਕਰਨਾ ਚਾਹੁੰਦੀ ਹਾਂ, ਤੇ ਉਹ ਗੱਲ ਸਿਰਫ ਕੁਰਸੀ ਤੱਕ ਸੀਮਤ ਕਰ ਜਾਣੀ, ਇਹ ਬੜੀ ਮਾੜੀ ਗੱਲ ਹੈ। ਤੇ ਉਹਦੇ ਵਿੱਚੋਂ ਮੈਂ ਤਾਂ ਕਿਸ ਮੂੰਹ ਨਾਲ ਮਰਦ ਪ੍ਰਧਾਨ ਸਮਾਜ ਉੱਤੇ ਉਂਗਲ ਧਰਾਂ, ਜਦ ਇਹਦੇ ਵਿੱਚ ਔਰਤਾਂ ਨੂੰ ਹੀ ਜਦੋਂ ਪਾਵਰ ਤੇ ਲਿਆਓ, ਜੇ ਉਹੀ ਔਰਤਾਂ ਲਈ ਆਵਾਜ਼ ਨਹੀਂ ਚੁੱਕਣਗੀਆਂ ਤਾਂ ਫਿਰ ਹੋਰ ਕਿਸ ਨੇ ਚੁੱਕਣੀ? ਬਹੁਤ ਵੱਡੇ ਸਵਾਲ ਉਸ ਤਰੀਕੇ ਨਾਲ ਖੜੇ ਹੋ ਜਾਂਦੇ ਨੇ। ਮੈਮ, ਸਰਕਾਰੀ ਤੌਰ ਤੇ ਬਹੁਤ ਸਾਰੇ ਦਾਅਵੇ ਤੁਸੀਂ ਵੀ ਹੁਣ ਜ਼ਿਕਰ ਕਰ ਰਹੇ ਸੀ ਕਿ ਬੇਸ਼ੱਕ ਬਹੁਤ ਸਾਰਾ ਇਲਾਜ ਫ੍ਰੀ ਹੈਗਾ, ਪਰ ਸਾਰਾ ਇਲਾਜ ਫ੍ਰੀ ਨਹੀਂ ਹੈਗਾ। ਤਾਂ ਸਰਕਾਰੀ ਤੌਰ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕਿਉਂਕਿ ਹੋਣੀਆਂ ਚਾਹੀਦੀਆਂ ਨੇ। ਤੁਹਾਡੇ ਹਿਸਾਬ ਦੇ ਨਾਲ ਜਿੰਨੀਆਂ ਵਾਜਬ ਕੋਸ਼ਿਸ਼ਾਂ ਸਰਕਾਰ ਦੇ ਪੱਖੋਂ ਚਾਹੀਦੀਆਂ ਨੇ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ, ਜੇ ਅਸੀਂ ਗੱਲ ਕਰੀਏ, ਕਿਉਂਕਿ ਅੱਜ ਵੀ ਤੁਸੀਂ ਕਹਿੰਦੇ ਕਿ ਬਲਾਤਕਾਰ ਹੁੰਦੇ ਨੇ, ਅਸੀਂ ਵੀ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਔਰਤਾਂ ਹਾਲੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਘਰ ਨੂੰ ਸ਼ਾਮ ਨੂੰ ਛੇਤੀ ਪਰਤਣਾ ਲੋਚਦੀਆਂ ਨੇ, ਕਿਉਂਕਿ ਸਮਾਂ ਅਜਿਹਾ ਹੀ ਹੱਲੇ ਵੀ ਚੱਲ ਰਿਹਾ। ਤੁਹਾਡੇ ਹਿਸਾਬ ਦੇ ਨਾਲ ਸਰਕਾਰੀ ਪੱਖ ਤੇ ਕਿਹੜੀਆਂ ਅਣਗਹਿਲੀਆਂ ਨੇ ਜਿਹੜੀਆਂ ਦਰੁਸਤ ਕਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਦੇਖੋ, ਕਿਉਂਕਿ ਤੁਹਾਨੂੰ ਬਹੁਤ ਦੂਰ ਤੱਕ ਲੋਕ ਵੇਖਦੇ ਸੁਣਦੇ ਨੇ, ਇਹ ਮੀਡੀਆ ਵੀ, ਸਪੋਕਸਮੈਨ ਮੀਡੀਆ ਆਪਣੇ ਆਪ ਵਿੱਚ ਬੜਾ ਇਸ ਵੇਲੇ ਕਾਮਯਾਬ ਹੈ ਤੇ ਲੋਕਾਂ ਨੂੰ ਸਗੋਂ ਕੁਛ ਕਰਨ ਤੇ ਮਜਬੂਰ ਕਰਦਾ ਹੈ। ਸੋ ਮੇਰਾ ਮਕਸਦ ਇਹ ਹੈ ਕਿ ਉਹ ਗੱਲਾਂ ਪਹੁੰਚਾ ਸਕਾਂ ਜਿਹੜੀਆਂ ਸਾਡੀ ਔਰਤਾਂ ਦੇ ਲਈ ਕੁਝ ਸ਼ਾਇਦ ਪੋਜ਼ਿਟਿਵ ਕਦਮ ਚੁੱਕਿਆ ਜਾ ਸਕੇ। ਪਹਿਲਾ ਤਾਂ ਐਜੂਕੇਸ਼ਨ, ਇੱਕ ਬੇਟੀ ਨੂੰ ਸੰਪੂਰਨ ਰੂਪ ਵਿੱਚ ਆਪਣੇ ਆਪ ਵਿੱਚ ਖੜੇ ਕਰਨਾ ਕਿ ਉਹ ਟੱਬਰ ਦੀ ਜ਼ਿੰਮੇਵਾਰੀ ਚੁੱਕ ਸਕੇ, ਉਹ ਸਿਰਫ ਇੱਕ ਪਰਾਈ ਅਮਾਨਤ ਨਾ ਮੰਨੀ ਜਾਵੇ, ਉਹਦੀ ਹੋਂਦ ਹੋਵੇ, ਉਹਨੂੰ ਆਪਣੇ ਹੱਕਾਂ ਬਾਰੇ ਪਤਾ ਹੋਵੇ। ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਐਜੂਕੇਸ਼ਨ। ਸ਼ਾਇਦ ਨਜ਼ਰੀ ਤੁਹਾਡੇ ਨਾ ਆਇਆ ਹੋਵੇ, ਪਰ ਸਰਕਾਰੀ ਸਕੂਲਾਂ ਵਿੱਚ, ਕਿਉਂਕਿ ਦੇਖੋ ਮੈਂ ਆਪ ਟਰਸਟ ਅਸੀਂ ਚਲਾਈ ਹੋਈ ਹੈ, ਡਾਕਟਰ ਹਰਸ਼ ਚੈਰੀਟੇਬਲ ਟਰਸਟ, ਜਿਸ 'ਚ 421 ਬੇਟੀਆਂ ਜੋ ਗਰੀਬ ਨੇ, ਜਿਹੜੇ ਖੁਦਕੁਸ਼ੀ ਕਰ ਗਏ, ਕੁਛ ਉਹਨਾਂ ਦੀ ਜਾਂ ਜਿਨ੍ਹਾਂ ਦੇ ਮਾਪਿਆਂ ਦੀ ਰੋਡ ਐਕਸੀਡੈਂਟ ਵਿੱਚ ਜਾਂ ਕੋਈ ਬਿਮਾਰੀ ਨਾਲ ਮੌਤ ਹੋ ਗਈ, ਕੋਈ ਨਹੀਂ ਹੈ ਉਹਨਾਂ ਬੇਟੀਆਂ ਦਾ, ਉਹਨਾਂ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਇਸ ਕਰਕੇ ਚੁੱਕ ਰਹੇ ਹਾਂ ਕਿਉਂਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਉਹ ਆਪ ਮੰਨਦੇ ਨੇ, ਜਿਨ੍ਹਾਂ ਨੂੰ ਅਸੀਂ ਦੇਖ ਵੀ ਆਏ ਹਾਂ, ਟੀਚਰ ਪੂਰੇ ਨਹੀਂ ਹਨ। ਬੜੀਆਂ ਥਾਵਾਂ 'ਤੇ ਅਜੇ ਉਹਨਾਂ ਲਈ ਪੀਣ ਦਾ ਪਾਣੀ ਨਹੀਂ, ਉਹਨਾਂ ਕੋਲ ਵਾਸ਼ਰੂਮਸ ਨਹੀਂ ਹਨ, ਜਿਹੜੇ ਉਹ ਕਹਿੰਦੇ ਨੇ ਕਿ ਸਾਨੂੰ ਜੀ ਮਾਹਵਾਰੀ ਆਉਂਦੀ ਹੈ, ਸਾਨੂੰ ਦਿੱਕਤ ਹੁੰਦੀ ਹੈ, ਅਸੀਂ ਨਹੀਂ ਜਾ ਸਕਦੀਆਂ ਸਕੂਲ, ਮਜਬੂਰੀ ਹੈ। ਸੋ ਇਹ ਇੰਨੀਆਂ ਕੁ ਬੇਸਿਕ ਅਮੈਨਿਟੀਜ਼ ਹੈ ਕਿ ਜੇ ਅਸੀਂ ਪੰਜਾਬ ਵਿੱਚ, ਜਿਹੜਾ ਕਿ ਤੁਸੀਂ ਸਮਝ ਲਓ ਕਿ ਦੁਨੀਆ ਭਰ ਵਿੱਚ ਪੰਜਾਬੀਆਂ ਨੇ ਆਪਣਾ ਡੰਕਾ ਵਜਾਇਆ, ਜਿੱਥੇ ਕਿਤੇ ਗਏ ਨੇ ਸਿਖਰਾਂ 'ਤੇ ਪਹੁੰਚੇ ਨੇ, ਸ਼ਾਇਦ ਉਹਨਾਂ ਦੇ ਨਜ਼ਰ ਹੀ ਨਹੀਂ ਆਇਆ। ਪਰ ਗੱਲ ਇਹ ਮੈਂ ਨਹੀਂ ਕਹਿੰਦੀ ਕੋਈ NRI ਆ ਕੇ ਗੁਸਲਖਾਨੇ ਬਣਾਵੇ, ਕਿਉਂ ਬਣਾਵੇ, ਕਿਸ ਲਈ, ਉਹਦੀ ਜ਼ਿੰਮੇਵਾਰੀ ਨਹੀਂ ਹੈ। ਇਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਕਿ ਅਸੀਂ ਬੇਸਿਕ ਐਜੂਕੇਸ਼ਨ ਦੇਣੀ ਹੈ, ਇਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਨਾ ਕਿ ਮੈਂ ਮੁਫਤ ਬਿਜਲੀ ਦੇ ਦਿਆਂਗਾ। ਖਿਮਾ ਕਰਿਓ ਕਿ ਉਹ ਥੋੜ੍ਹੇ ਦਿਨਾਂ ਦੀ ਮੁਫਤ ਬਿਜਲੀ ਜਿਹੜੀ ਸ਼ਾਇਦ ਮਿਸਯੂਜ਼ ਵੀ ਹੋ ਜਾਏ, ਆ ਕੇ ਕਹਿੰਦੇ ਨੇ ਸਾਨੂੰ, ਸਾਡੇ ਘਰ AC ਤਾਂ ਚੱਲਦਾ, ਅਸੀਂ ਕੁੰਡੀਆਂ ਵੀ ਲਾਈਆਂ, ਫ੍ਰੀ ਵੀ ਹੈ,
ਪਰ ਉਹਦੇ ਨਾਲ ਉਹਨੂੰ ਐਜੂਕੇਸ਼ਨ ਨਹੀਂ ਮਿਲਣੀ, ਉਹਨੂੰ ਸਮਝ ਨਹੀਂ ਆਣੀ ਕਿ ਜੋ ਤੂੰ ਬਿਜਲੀ ਜ਼ਾਇਆ ਕਰ ਦਿੱਤੀ ਮੁਫਤ ਲੱਗੀ ਨੂੰ ਕੁੰਡੀਆਂ ਲਾ ਕੇ, ਜੇ ਉਹੀ ਚੀਜ਼ ਅਸੀਂ ਪੋਜ਼ਿਟਿਵ એનર્ਜੀ ਵਾਲੇ ਪਾਸੇ ਨੂੰ ਤੁਰਦੇ ਜਾਂ ਸਮਝ ਹੁੰਦੀ ਤਾਂ ਸ਼ਾਇਦ ਤੇਰੀ ਬੇਟੀ ਨਾਲ ਇਹ ਜੋ ਅਗਲੀ ਆਉਣ ਵਾਲੀ ਜ਼ਿੰਦਗੀ ਜਿਸ 'ਚ ਉਹਨੇ ਸਿਰਫ ਇੱਕ ਭਾਂਡੇ ਮਾਂਜਣ ਵਾਲੀ ਜਾਂ ਇੱਕ ਮਜਬੂਰ ਮਹਿਲਾ ਬਣ ਕੇ ਰਹਿ ਜਾਣਾ, ਉਹ ਨਹੀਂ ਬਣਦੀ। ਸੋ ਪਹਿਲੀ ਚੀਜ਼ ਤਾਂ ਐਜੂਕੇਸ਼ਨ ਹਰ ਸਰਕਾਰ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਹੈਲਥ ਵਜੋਂ ਫਿਰ ਇਹਨਾਂ ਨੂੰ ਸਾਨੂੰ ਦੋ ਹੀ ਚੀਜ਼ਾਂ ਜੇ ਗਵਰਨਮੈਂਟ ਜ਼ਿੰਮੇਵਾਰੀ ਚੁੱਕ ਲਵੇ। ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਔਰਤਾਂ ਦੇ ਵਿੱਚ ਬਲੱਡ ਦੀ ਕਿੰਨੀ ਕਮੀ ਹੈ ਕਿ ਬੱਚਾ ਪੈਦਾ ਕਰਨਾ ਵੀ ਮੁਸ਼ਕਿਲ ਹੋ ਗਿਆ, ਤਾਂ ਹੈਲਥ ਇਸ ਪੱਖੋਂ ਨਜ਼ਰ ਆ ਰਿਹਾ ਕਿ ਹੈਲਥ ਪੱਖੇ ਉਸ ਕੰਮ ਸੋ ਉਹ ਜਿਹੜੀ ਚੀਜ਼ ਹੈ ਕਿ ਅਸੀਂ ਇਹਨਾਂ ਦੀ ਹੈਲਥ ਵਜੋਂ ਜਿਹੜਾ ਇਹਨਾਂ ਦਾ ਖਿਆਲ ਰੱਖਣਾ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਹੈਲਥ ਦੁਨੀਆ ਭਰ ਵਿੱਚ ਕਿਤੇ ਵੀ ਜਾਓਗੇ ਤਾਂ ਤੁਹਾਡੀ ਇੰਪੋਰਟੈਂਸ ਉੱਥੇ ਹੀ ਹੁੰਦੀ ਹੈ। ਤੁਸੀਂ ਜਿਵੇਂ ਜ਼ਿਕਰ ਵੀ ਕਰ ਰਹੇ ਸੀ ਕਿ ਔਰਤਾਂ ਨੂੰ ਬੱਚਾ ਪੈਦਾ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਬਲੱਡ ਦੀ ਬਹੁਤ ਕਮੀ ਹੈ, ਤਾਂ ਫਿਰ ਹੈਲਥ ਤਾਂ ਬਹੁਤ ਜ਼ਿਆਦਾ ਪ੍ਰਾਇੋਰਟੀ ਚੀਜ਼ ਹੋਗੀ, ਕਿਉਂਕਿ ਜੇ ਭਵਿੱਖ ਦੀ ਅਸੀਂ ਗੱਲ ਕਰਨੀ ਤਾਂ ਔਰਤਾਂ ਤੇ ਬਹੁਤ ਕੁਝ ਬਿਲਕੁਲ। ਦੇਖੋ, ਕੋਵਿਡ ਨੇ ਮੇਰਾ ਖਿਆਲ ਹੈ ਸਾਨੂੰ ਬਹੁਤ ਕੁਝ ਸਿਖਾਇਆ, ਬਹੁਤ ਕੁਝ, ਜਿਸ 'ਚ ਰੱਜੇ ਪੁੱਜੇ ਲੋਕਾਂ ਨੇ ਵੀ ਇੱਕ ਆਕਸੀਜਨ ਦੇ ਸਿਲੰਡਰ ਪਿੱਛੇ ਜਾਨ ਗਵਾਈ ਹੈ, ਜਿਸ ਨੇ ਇੱਕ ਤਰੀਕੇ ਅਹਿਸਾਸ ਦਵਾ ਦਿੱਤਾ ਕਿ ਜ਼ਿੰਦਗੀ ਪਲ ਛਿੰਦੀ ਹੈ ਪਰ ਸਾਨੂੰ ਇੰਪੋਰਟੈਂਸ ਕਿਸ ਦੀ ਹੈ। ਮੈਨੂੰ ਤੁਸੀਂ ਵੀ ਆਪ ਸੋਚਿਓ, ਤੁਹਾਡੇ ਘਰ ਵਿੱਚ ਰੱਬ ਕਰੇ ਕਦੇ ਨਾ ਹੋਵੇ ਪਰ ਤੁਹਾਡੇ ਕਿਤੇ ਮਾਪਿਆਂ 'ਚੋਂ ਕਿਸੇ ਨੂੰ ਲੋੜ ਹੋਵੇ ਤੇ ਤੁਸੀਂ ਉਹਨੇ ਖਰਚਣ ਯੋਗ ਵੀ ਹੋਵੋ, ਤੁਹਾਨੂੰ ਬਿਸਤਰਾ ਨਾ ਮਿਲੇ, ਤੁਹਾਨੂੰ ਆਕਸੀਜਨ ਨਾ ਮਿਲੇ, ਆਪਣੇ ਸਾਹਮਣੇ ਅਸੀਂ ਆਪਣਿਆਂ ਨੂੰ ਦਮ ਤੋੜਦੇ ਵੇਖੀਏ, ਕੀ ਇਹ ਚੰਗਾ ਲੱਗੇਗਾ? ਤੇ ਤੁਸੀਂ ਉਸ ਸਮੇਂ ਕਹੋਗੇ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪੰਜਾਬ ਵਿੱਚ ਇਹ PVR ਸਿਨੇਮਾਜ਼ ਖੁੱਲ੍ਹ ਗਏ ਨੇ, ਮੇਰੇ ਪੰਜਾਬ ਵਿੱਚ ਇਸ ਵੇਲੇ 2 ਪੁਲ ਬਣ ਗਏ ਨੇ, ਮੇਰੇ ਪੰਜਾਬ ਵਿੱਚ ਇਸ ਵੇਲੇ ਮੈਨੂੰ ਮੁਫਤ ਪਾਣੀ ਮਿਲ ਰਿਹਾ, ਮੇਰੇ ਪੰਜਾਬ ਵਿੱਚ ਇਸ ਵੇਲੇ ਬਿਜਲੀ ਦਾ ਸੰਕਟ ਇਸ ਕਰਕੇ ਵੱਧ ਰਿਹਾ ਕਿ ਮੈਨੂੰ ਮੁਫਤ ਬਿਜਲੀ ਮਿਲ ਰਹੀ ਹੈ ਜਾਂ ਮੈਨੂੰ ਮੁਫਤ ਚਾਹ ਪੱਤੀ ਜਾਂ ਖੰਡ ਮਿਲ ਜਾਏਗੀ। ਇਹ ਇੰਪੋਰਟੈਂਟ ਨੇ, ਜ਼ਿੰਦਗੀ ਤੋਂ ਵੀ ਕੀਮਤੀ ਨੇ। ਪੰਜਾਬੀ ਤਾਂ ਅੱਡ ਭੰਨਵੀਂ ਮਿਹਨਤ ਕਰਨ ਵਾਸਤੇ ਬਣੇ ਸਨ, ਇਸੇ ਲਈ ਤੁਸੀਂ ਦੇਖੋਗੇ ਕਿੰਨੇ ਵੀ ਔਖੇ ਤੋਂ ਔਖੇ ਸਮੇਂ ਵਿੱਚ ਸਾਡੇ 80 ਸਾਲ ਦੇ ਬਜ਼ੁਰਗ ਵੀ ਖੜੇ ਹੁੰਦੇ ਨੇ ਕੰਮ ਕਰਨ ਲਈ, ਤਿਆਰ ਬਰ ਤਿਆਰ ਨੇ। ਕਾਰਨ ਸੀ ਖੁਰਾਕ ਵਧੀਆ, ਸਿਹਤ ਵਧੀਆ। ਤੇ ਸਾਡੀ ਹੁਣ ਇਸ ਵੇਲੇ ਹਾਲਾਤ ਇਹ ਨੇ ਕਿ ਸਾਡੇ ਜਿਸ ਇੱਕ ਪਾਸੇ ਭੁੱਖ ਮਰੀ, ਪੰਜਾਬ ਵਿੱਚ ਭੁੱਖ ਮਰੀ, ਮੇਰੇ ਲਈ ਵੀ ਬੜੀ ਅਜੀਬ ਸੀ ਗੱਲ, ਚਿੰਤਾ ਦੀ ਗੱਲ ਹੈ ਕਿ ਸਾਨੂੰ ਤਾਂ ਕਿਤਾਬਾਂ 'ਚ ਵੀ ਪੜ੍ਹਨ ਨੂੰ ਨਹੀਂ ਸੀ ਮਿਲਦਾ ਤੇ ਅਸੀਂ ਬੱਚਿਆਂ ਨੂੰ ਹੁਣ ਪੜ੍ਹਾ ਰਹੇ ਹਾਂ ਕਿ ਭੁੱਖਮਰੀ ਦੇ ਕੇਸ 'ਚ ਫੇਰੇ ਆ ਰਹੇ ਨੇ। ਫਿਰ ਉਹਨਾਂ ਦੀ 2 ਵੇਲੇ ਦੀ ਰੋਟੀ ਦਾ ਜੁਗਾੜ ਜਿਹਨੂੰ ਨਾ ਹੋਵੇ ਉਹਨੇ ਕੀ ਲੈਣਾ ਵੀ ਕਿੰਨੀਆਂ ਮੇਰੇ ਕੋਲ ਬਿਲਡਿੰਗਾਂ ਬਣ ਗਈਆਂ ਇੱਥੇ ਪੰਜਾਬ ਵਿੱਚ। ਫਿਰ ਉਹਦੇ ਨਾਲੋਂ ਨਾਲ ਜੇ ਮੁਫਤ ਟੀਕਾ ਕਰਨ ਵੇਲੇ ਖਿਮਾ ਕਰਿਓ ਤੁਹਾਡੇ ਵੀ ਸਾਹਮਣੇ ਆਇਆ ਨੇ ਕਿਵੇਂ ਕਿੱਟਾਂ ਤੱਕ ਸਾਡੇ ਇੱਥੇ ਲੁਕਾ ਲਈਆਂ ਗਈਆਂ ਕਿ ਅਸੀਂ ਜੀ ਇਲੈਕਸ਼ਨਸ ਦੇ ਨੇੜੇ ਕੱਢਾਂਗੇ ਉਹਨਾਂ ਨੂੰ ਦਿਖਾਉਣ ਲਈ ਕਿ ਸਾਨੂੰ ਵੋਟਾਂ ਮਿਲ ਜਾਣ। ਇਹੋ ਜਿਹੀ ਬੇਸਿਕ ਇਮਿਊਨਿਟੀਜ਼ ਵੀ ਅਸੀਂ ਜਦੋਂ ਨਾ ਦਿੱਤੀਆਂ ਹੋਣ ਉਹਨਾਂ ਨੂੰ, ਤਾਂ ਇੱਥੇ ਮੇਰਾ ਖਿਆਲ ਹੈ ਹਰ ਬੰਦੇ ਨੂੰ ਜੇ ਪੁੱਛਿਆ ਜਾਵੇ ਤੈਨੂੰ ਦੋਨਾਂ 'ਚੋਂ ਕੀ ਚੋਇਸ ਹੈ ਕਿ ਤੈਨੂੰ ਮੁਫਤ ਇਸ ਵੇਲੇ ਬਿਜਲੀ ਚਾਹੀਦੀ ਹੈ ਜਾਂ ਤੈਨੂੰ ਇੱਕ ਵਧੀਆ ਹਸਪੀਟਲ ਜਿੱਥੇ ਤੁਹਾਡਾ ਇਲਾਜ ਫ੍ਰੀ ਹੋ ਸਕੇ, ਮੇਰਾ ਖਿਆਲ ਹੈ ਕੋਈ ਵੀ ਦੱਸੇਗਾ ਕੀ ਚਾਹੀਦਾ। ਗੱਲ ਨੂੰ ਅੱਗੇ ਤੋਰਦਾ ਜਾਵਾਂ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕਿਹੜੀਆਂ ਚੀਜ਼ਾਂ ਮੁਫਤ ਦਿੱਤੀਆਂ ਜਾ ਰਹੀਆਂ, ਔਰਤਾਂ ਦੇ ਲਈ ਬੱਸਾਂ ਦਾ ਸਫ਼ਰ ਕਹਿੰਦੇ ਮੁਫਤ ਕਰ ਦਿੱਤਾ ਗਿਆ, ਸ਼ਗਨ ਸਕੀਮਾਂ ਚਲਾਈਆਂ ਜਾ ਰਹੀਆਂ, ਕਹਿੰਦੇ ਕਿ ਨਾਲ ਨਾਲ ਵਜ਼ੀਫਾ ਸਕੀਮਾਂ ਚਲਾਈਆਂ ਜਾ ਰਹੀਆਂ ਨੇ। ਪਰ ਮੈਨੂੰ ਤੁਸੀਂ ਹੀ ਦੱਸੋ, ਤੁਸੀਂ ਮੀਡੀਆ 'ਚ ਬੈਠੇ ਹੋ ਕਿ ਕਿੰਨਿਆਂ ਨੂੰ ਸਹੀ ਮਾਇਨਿਆਂ 'ਚ ਪਹੁੰਚੀਆਂ ਨੇ? ਇਹੀ ਸਵਾਲ ਬਣਦਾ ਸੀਗਾ ਕਿ ਲੋਕ ਕਿੰਨੇ ਕੁ ਫਾਇਦਾ ਲੈ ਰਹੇ। ਬਿਲਕੁਲ। ਜਦੋਂ ਉਹ ਮੈਂ ਇਹ ਸਾਰਾ ਕੁਝ ਹੀ ਛੱਡ ਕੇ ਇੱਕੋ ਹੀ ਸਵਾਲ ਦਾ ਜਵਾਬ ਇਸ ਤਰ੍ਹਾਂ ਦੇਣਾ ਚਾਹੁੰਦੀ ਹਾਂ ਕਿ ਜਦੋਂ ਸਾਡੇ ਸਿਆਸਤਦਾਨ ਇਸ ਪੇਸ਼ੇ ਵਿੱਚ ਆਉਂਦੇ ਨੇ, ਖਿਮਾ ਕਰਿਓ ਸ਼ਬਦ ਇਹ ਬੋਲ ਰਹੀ ਹਾਂ, ਸੇਵਾ ਮੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ ਨੇ, ਡਾਂਗਾਂ ਨੂੰ ਚਲਾਉਣ ਨਾਲ ਕਿ ਚੁੰਨੀਆਂ ਪਾੜਨ ਨੂੰ ਕਿ ਢਿੱਡ 'ਚ ਠੁੱਡੇ ਮਾਰਨ ਨੂੰ, ਪਰ ਜਦੋਂ ਉਹ ਸਿਆਸਤਦਾਨ ਆਉਂਦੇ ਨੇ ਇਸ ਪੇਸ਼ੇ ਦੇ ਵਿੱਚ, ਕਿਸ ਕਿਸਮ ਦੀ ਕਮਾਈ ਹੁੰਦੀ ਹੈ ਕਿ ਉਹਨਾਂ ਦੀ 800 ਗੁਣਾ ਆਮਦਨ ਵੱਧ ਜਾਂਦੀ ਹੈ। ਇਹ 800 ਗੁਣਾ ਦੇ ਵਿੱਚ 100 ਕਰੋੜ ਦੇ ਉਹਨਾਂ ਦੇ ਥਾਵਾਂ ਬਣ ਜਾਂਦੀਆਂ ਦੇ ਰਹਿਣ ਦੀਆਂ, ਤੇ ਪੰਜਾਬ ਗਰੀਬ ਤੋਂ ਗਰੀਬ ਹੋਈ ਜਾਂਦਾ। ਤਾਂ ਇਹ ਸਕੀਮਾਂ ਕਿੱਥੇ ਜਾਂਦੀਆਂ ਨੇ, ਕਿੱਥੇ ਜਾਂਦੇ ਨੇ? ਸਕੈਂਡਲਸ ਜਿਹੜੇ ਅਨਅਰਥ ਹੁੰਦੇ ਨੇ, ਫਿਰ ਅਖੀਰ ਵਿੱਚ ਸਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ। ਤੇ ਆਖਰ ਇਹਨਾਂ ਸਾਰਿਆਂ ਵਿੱਚੋਂ ਕਿਸੇ ਦਾ ਵੀ, ਤੁਸੀਂ ਤੁਹਾਡੇ ਕੋਲ ਨੇ ਸਿਆਸਤਦਾਨ, ਤੁਸੀਂ ਰੋਜ਼ ਜਾਂਦੇ ਹੋ, ਉਹਨਾਂ ਨੂੰ ਛੱਡੋ, ਉਹਨਾਂ ਦੇ ਥੱਲੇ ਬੈਠੇ ਸਕੱਤਰ ਸਾਹਿਬਾਨ ਨੂੰ ਹੀ ਮਿਲ ਲਓ, ਇਹਨਾਂ ਸਾਰਿਆਂ 'ਚੋਂ ਕਿਸੇ ਨੂੰ ਪੁੱਛਿਓ ਕਿੰਨਿਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ, ਕਿੰਨਿਆਂ ਨੇ ਕਿਹਾ ਕਿ ਅਸੀਂ ਸਰਕਾਰੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਇਆ। ਜੇ ਉਹ ਆਪ ਤਿਆਰ ਨਹੀਂ ਇਹਨਾਂ 'ਚ ਭੇਜਣ ਲਈ, ਉਹਨਾਂ ਨੂੰ ਪਤਾ ਹੈ ਨਾ ਇਹਨਾਂ 'ਚ ਕਮੀਆਂ ਨੇ,
ਤਾਂ ਫਿਰ ਸਾਡੇ ਇੱਥੇ ਸਰਕਾਰੀ ਹਸਪੀਟਲ ਵਿੱਚ ਤੁਸੀਂ ਤੇ ਮੈਂ ਵੀ ਸ਼ਾਇਦ ਅੱਜ ਜੇ ਕਿਹਾ ਜਾਵੇ ਨਾ ਦਾਖਲ ਹੋਣਾ, ਮੇਰੇ ਕੋਲ ਤੇ ਘੱਟੋ ਘੱਟ ਮੈਂ ਨਹੀਂ ਦੇਖਿਆ ਜਦ ਦੀ ਮੈਨੂੰ 30-35 ਸਾਲ ਹੋ ਗਏ ਕਿ ਕੋਈ ਚੰਗੇ ਘਰ ਦਾ ਬੰਦਾ ਇੱਥੇ ਦਾਖਲ ਹੋਣ ਆਇਆ ਹੋਵੇ। ਨਹੀਂ ਹੋਣਾ ਚਾਹੁੰਦੇ। ਜਿਹੜਾ ਰਿਕਸ਼ੇ ਵਾਲਾ ਵੀ ਆ ਉਹ ਵੀ 10 ਵਾਰ ਪੁੱਛਦਾ ਜੇ ਅਸੀਂ ਪ੍ਰਾਈਵੇਟ ਹੀ ਕਿਤੇ ਦਿਖਾ ਲਈਏ ਕੀ ਉਹ ਸੰਭਵ ਹੈ। ਜੇ ਉਹ ਵੀ ਸਰਕਾਰੀ ਹਸਪੀਟਲ ਵਿੱਚ ਦਾਖਲ ਹੋਣਾ ਨਹੀਂ ਚਾਹੁੰਦਾ ਕਿ ਇੱਥੇ ਸਾਨੂੰ ਉਹ ਸਹੂਲਤਾਂ ਨਹੀਂ, ਤਾਂ ਫਿਰ ਇਹਦਾ ਕਿਸ ਨੇ ਦਾਖਲ ਹੋਣਾ ਇੱਥੇ? ਜੇ ਹਾਲਾਤਾਂ ਨੂੰ ਜਿਸ ਤਰੀਕੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਔਰਤਾਂ ਦੀ ਸਥਿਤੀ, ਅਸੀਂ ਬੇਸ਼ੱਕ ਕਹਿੰਦੇ ਹਾਂ ਕਿ ਔਰਤਾਂ ਨੂੰ ਆਜ਼ਾਦੀ ਮਿਲ ਗਈ, ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਔਰਤਾਂ ਹੁਣ ਅੱਗੇ ਨਾਲੋਂ ਮਰਦ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ, ਪਰ ਸੱਚਾਈ ਹੱਲੇ ਵੀ ਅਲੱਗ ਨਜ਼ਰ ਆਉਂਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਕਦਮ ਹੁਣ ਚੁੱਕਣੇ ਚਾਹੀਦੇ ਨੇ ਔਰਤਾਂ ਨੂੰ ਆਪਣੇ ਤੌਰ ਤੇ? ਕਿਉਂਕਿ ਸਰਕਾਰਾਂ ਨੇ ਤਾਂ ਜੋ ਕਰਨਾ ਹੈਗਾ, ਪਰ ਔਰਤਾਂ ਦੀ ਜੇ ਅਸੀਂ ਗੱਲ ਕਰ ਲਈਏ, ਉਹਨਾਂ ਨੂੰ ਕਿਹੜੇ ਕਦਮ ਇਸ ਵੇਲੇ ਚੱਕਣੇ ਚਾਹੀਦੇ ਨੇ ਵੀ ਹਾਂ ਆਪਣੇ ਹੱਕਾਂ ਦੇ ਲਈ ਖੜੀਆਂ ਹੋ ਸਕਣ? ਦੇਖੋ, ਬਹੁਤ ਸਾਰੀਆਂ ਸਾਡੇ ਪਿੰਡਾਂ 'ਚ ਵੀ ਤੇ ਸ਼ਹਿਰਾਂ ਵਿੱਚ ਤਾਂ ਔਰਤਾਂ, ਭਾਵੇਂ ਉਹ ਪਤਨੀਆਂ ਨੇ ਭਾਵੇਂ ਮਾਵਾਂ ਨੇ, ਝੰਬੀਆਂ ਪਈਆਂ ਨੇ ਨਸ਼ਿਆਂ ਦੇ ਨਾਲ। ਕਿੰਨੇ ਕੁ ਕੇਸਿਸ ਤੁਹਾਡੇ ਕੋਲ ਉਜਾਗਰ ਹੁੰਦੇ ਨੇ ਮੈਨੂੰ ਪਤਾ ਨਹੀਂ, ਪਰ ਇੱਕ ਡਾਕਟਰ ਕੋਲੋਂ ਢਿੱਡ ਨਹੀਂ ਲੁਕਾਇਆ ਜਾ ਸਕਦਾ। ਸਾਡੇ ਕੋਲ ਤੇ ਰੋਂਦੀਆਂ ਤੜਫਦੀਆਂ ਆਉਂਦੀਆਂ ਨੇ, ਇੱਥੋਂ ਤੱਕ ਕਹਿ ਜਾਂਦੀਆਂ ਨੇ ਮਾਵਾਂ ਇਹਦੇ ਨਾਲੋਂ ਤਾਂ ਮਾਰੀ ਜਾਵੇ। ਕਿਸੇ ਔਰਤ ਵੱਲੋਂ ਇਹ ਕਹਿਣਾ ਵੀ ਮੇਰੇ ਸਿਰ ਦਾ ਸਾਈਂ ਕਹਿਣ ਵਾਲੀ ਜੋ ਸ਼ਬਦ, ਉਹਨੇ ਕਹਿਣਾ ਵੀ ਇਹ ਕਿਤੇ ਮਗਰੋਂ ਕਿਤੋਂ ਲੱਥ ਜਾਵੇ, ਮਰ ਮੁੱਕ ਜਾਵੇ ਤਾਂ ਸ਼ਾਇਦ ਮੈਂ ਸੁਖੀ ਹੋ ਜਾਵਾਂ, ਦਾ ਮਤਲਬ ਸਮਝਦੇ ਹੋ ਕਿੰਨੀ ਦਰਦ ਹੋਏਗੀ? ਉਹ ਪੀੜ ਕਿਸ ਨੇ ਸਮਝਣੀ ਹੈ? ਸਭ ਤੋਂ ਪਹਿਲਾਂ ਤਾਂ ਉਹਨੂੰ ਇਹ ਹੁੰਦਾ ਕਿ ਮੇਰਾ ਘਰ-ਬਾਰ ਸਾਰਾ ਕੁਝ ਬਚ ਜਾਵੇ ਜੋ ਅੱਗੇ ਹੀ ਗਿਰਵੀ ਪਿਆ, ਕਿ ਮੈਂ ਇਹ ਬਚਾਂ ਇਸ ਨਸ਼ੇ ਦੇ ਚੱਕਰ ਵਿਊ ਤੋਂ। ਔਰਤ ਖੜੀ ਕਰਨ ਲਈ ਤਾਂ ਉਹਨੂੰ ਜਦ ਤੱਕ ਆਪਣੇ ਪੈਰਾਂ 'ਤੇ ਜੇ ਖੜੀ ਕਰਨਾ ਦਾ ਮਤਲਬ ਹੈ ਉਹਨੂੰ ਘਰੋਂ ਪਹਿਲਾਂ ਤਾਂ ਕੁਝ ਹੋਵੇ, ਸੌਖਾ ਕਰੀਏ। ਸੋ ਸਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਨੱਥ ਪਾਉਣ ਦੀ ਲੋੜ ਹੈ, ਜਿਹਦੇ ਵਿੱਚ ਕਿ ਇੰਨਾ ਕੁ ਸਾਨੂੰ ਹੁਣ ਪਤਾ ਲੱਗ ਚੁੱਕਾ, ਜੋ ਕਿ ਸਪਸ਼ਟ ਹੋ ਚੁੱਕਾ, ਉੱਪਰ ਤੱਕ ਇਹਦੇ ਸਾਰੇ ਤਾਰ ਜੁੜੇ ਨੇ। ਸੋ ਉਹ ਜਿਹੜੇ ਠੀਕ ਕਰਨਾ ਹੀ ਨਹੀਂ ਚਾਹੁੰਦੇ, ਸਗੋਂ ਇਹਨੂੰ ਵੇਚ ਰਹੇ ਨੇ। ਫਿਰ ਜਿਸ ਸੂਬੇ 'ਤੇ ਕਹਿੰਦੇ ਨੇ ਕਿ ਜਦ ਤੱਕ ਸ਼ਰਾਬ ਨਾ ਵਿਕੇ ਇਸ ਸੂਬੇ ਦਾ ਵਿਕਾਸ ਹੀ ਨਹੀਂ ਹੋ ਸਕਦਾ, ਹੁਣ ਉਸ ਥਾਂ 'ਤੇ ਪਹਿਲਾਂ ਤਾਂ ਉਸ ਔਰਤ ਨੂੰ ਉਹ ਤਾਂ ਨਜਿੱਠਦੀ ਘਰ ਦੇ ਹੀ ਮਰ ਮੁੱਕ ਜਾਂਦੀ ਹੈ ਕਿ ਮੈਂ ਕਿਵੇਂ ਇਸ ਸਾਰੇ ਚੱਕਰ ਵਿਊ 'ਚੋਂ ਨਿਕਲਾਂ। ਫਿਰ ਉਹਨੂੰ 'ਚੋਂ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੂੰ ਨੌਕਰੀਆਂ ਕਰਨ ਨਹੀਂ ਦਿੱਤਾ ਗਿਆ, ਪੜ੍ਹੀਆਂ ਵੀ ਹੋਈਆਂ ਨੇ, ਪਰ ਜੋ ਵੀ ਕੁਝ ਘਰ ਦੇ ਹਾਲਾਤ ਹੋਏ ਜਾਂ ਜਿਵੇਂ ਵੀ ਹੋਏ ਕਿ ਉਹ ਨੌਕਰੀਆਂ ਨਹੀਂ ਜਾ ਸਕੀਆਂ, ਨੌਕਰੀਆਂ ਮਿਲੀਆਂ ਨਹੀਂ। ਸੋ ਦੂਜੀ ਚੀਜ਼ ਬੇਰੁਜ਼ਗਾਰੀ ਮਾਰ ਗਈ ਕਿ ਜਿਹੜੀਆਂ ਚਾਹੁੰਦੀਆਂ ਵੀ ਨੇ ਕੰਮ ਕਰਨਾ, ਇੰਨੀ ਨਿਗੂਣੀ ਤਨਖਾਹ 'ਤੇ ਇੰਨਾ ਕੰਮਕਾਰ ਵਾਲੀ ਥਾਂ 'ਤੇ ਉਹਨਾਂ ਨਾਲ ਜੋ ਜ਼ਿਆਦਤੀਆਂ ਹੋ ਰਹੀਆਂ ਨੇ, ਮੇਰਾ ਖਿਆਲ ਹੈ ਮੈਂ ਦੱਸ ਵੀ ਨਹੀਂ ਸਕਦੀ ਕੈਮਰਾ 'ਤੇ ਜੋ ਕੁਛ ਅਸੀਂ ਸੁਣਦੇ ਹਾਂ। ਜਿਵੇਂ ਉਹ ਰੋਂਦੀਆਂ ਤੜਫਦੀਆਂ ਆਉਂਦੀਆਂ ਨੇ ਉਹਨਾਂ ਦੇ ਸੀਨੀਅਰਸ ਤੋਂ, ਜਾਂ ਜਿਵੇਂ ਦੁਕਾਨਾਂ 'ਤੇ ਲੱਗੀਆਂ ਜਾਂ ਹੋਰ ਥਾਵਾਂ 'ਤੇ ਮਜਬੂਰੀ ਵੱਸ ਜਿੱਥੇ ਉਹ ਫਸੀਆਂ ਪਈਆਂ ਨੇ ਕਿ ਘਰ ਦਾ ਅਸੀਂ ਰੋਜ਼ੀ ਰੋਟੀ ਕਮਾ ਸਕੀਏ। ਕਿਤੇ ਕਿਤੇ ਤਾਂ 1200 ਰੁਪਏ ਲਈ 12 ਘੰਟੇ ਕੰਮ ਕਰ ਰਹੀਆਂ ਨੇ, ਅਤੇ ਮਹੀਨਾ ਭਰ ਕੀ ਉਸ 'ਚੋਂ ਤੁਸੀਂ ਲੈ ਸਕਦੇ ਹੋ? 1200 ਰੁਪਏ 'ਚ ਤੁਸੀਂ ਸਮਝ ਸਕਦੇ ਹੋ। ਸੋ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ। ਇਹ ਦੋਨੋਂ ਚੀਜ਼ਾਂ ਸਰਕਾਰ ਦਾ ਕੰਮ ਜੇ ਕਿ ਰੁਜ਼ਗਾਰ ਦਿਓ ਜਾਂ ਫਿਰ ਤੁਸੀਂ ਨਸ਼ਾ ਬੰਦ ਕਰੋ। ਮੈਂ ਔਰਤਾਂ ਲਈ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ, ਮੇਰਾ ਖਿਆਲ ਹੈ, ਨਜ਼ਰ ਰੱਖਣੀ ਬੰਦ ਕਰੀਏ ਕਿ ਸਰਕਾਰ ਨੇ ਰੁਜ਼ਗਾਰ ਦੇਣਾ। ਸੋ ਕੰਮ ਜੇ ਕਿ ਆਪਣੀ ਪੱਧਰ 'ਤੇ ਉਹ ਕੰਮ ਸ਼ੁਰੂ ਕਰਨ ਤਾਂ ਹੀ ਅਸੀਂ ਸ਼ਾਇਦ ਸਟਰੋਂਗ ਬਣਾ ਸਕਾਂਗੇ ਬੱਚੀਆਂ ਨੂੰ। ਪਹਿਲੀ ਚੀਜ਼ ਇਹ ਮਾਨਸਿਕ, ਅਸੀਂ ਜੋ ਸੋਚ ਸਾਡੀ ਵਿਗੜੀ ਹੋਈ ਹੈ ਕਿ ਇਹ ਪਰਾਈ ਅਮਾਨਤ ਨੂੰ ਛੱਡੀਏ। ਪਹਿਲਾਂ ਤਾਂ ਧੀਆਂ ਸਾਡੀਆਂ ਨੇ ਅਤੇ ਧੀਆਂ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਨੇ, ਬੜੀ ਵਾਰ ਸਾਬਤ ਹੋ ਗਿਆ। ਸੋ ਪਹਿਲਾਂ ਤਾਂ ਉਹ ਸੋਚ ਕੇ 6 ਜਾਂ 7 ਕੁੜੀਆਂ ਵੀ ਜੰਮੀ ਜਾਣੀਆਂ ਕਿ ਇੱਕ ਮੁੰਡਾ ਲੈਣਾ, ਪਹਿਲਾਂ ਤਾਂ ਉਹ ਹਟਾਈਏ। ਫਿਰ ਔਰਤ ਨੂੰ ਆਪਣੇ ਪੱਧਰ 'ਤੇ, ਯਾਨੀ ਸਿੰਪਲ ਕਿ ਜੇ ਸਿਲਾਈ ਤੋਂ ਲੈ ਕੇ ਕੰਪਿਊਟਰ ਦੇ ਕੰਮ ਤੋਂ ਲੈ ਕੇ ਕੁਝ ਵੀ ਅੱਜ ਕੱਲ੍ਹ ਤਾਂ ਔਨਲਾਈਨ ਇੰਨਾ ਕੁ ਕੰਮ ਕੀਤਾ ਜਾ ਸਕਦਾ, ਸਿਰਫ ਉਹਨੂੰ ਜ਼ਰੀਆ ਦੱਸਣ ਦਾ ਤਰੀਕਾ ਦੱਸਣਾ, ਢੰਗ ਹੀ ਦੱਸਣਾ। ਸੋ ਜਿੱਥੇ ਅਸੀਂ ਅੱਜ ਕੱਲ੍ਹ ਸਾਡੇ ਬਹੁਤ ਸਾਰੇ NRI ਵੀਰ ਭੈਣ ਆਉਂਦੇ ਨੇ ਜਿਹੜੇ ਇਹਨਾਂ ਦੇ ਵਿਆਹ ਕਰਾ ਰਹੇ ਨੇ, ਸਾਰਾ ਕੁਛ ਕਰਦੇ ਪਏ, ਉਹਦੇ ਨਾਲੋਂ ਬੈਟਰ ਇਹ ਹੋਏਗਾ ਕਿ ਵਿਆਹ ਕਰਾ ਕੇ ਨੜ ਦਿਓ। ਸਾਡੇ ਕੋਲੋਂ ਕੇਸਿਸ ਆਏ ਨੇ ਜਿੱਥੇ ਖੁਦਕੁਸ਼ੀ ਤੱਕ ਇਹੋ ਜਿਹੀਆਂ ਔਰਤਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਨਸ਼ਈ ਨਾਲ ਨੜ ਦਿੱਤਾ ਗਿਆ, ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਉਹ ਕਈਆਂ ਨੂੰ ਵੇਚ ਦਿੱਤਾ ਗਿਆ ਅੱਗੋਂ। ਸੋ ਉਹਦੇ ਨਾਲੋਂ ਕਿ ਅਸੀਂ ਵਿਆਹ ਕਰਾ ਦਿੱਤੇ ਨਾਲੋਂ ਜੇ ਉਹਨਾਂ ਨੂੰ ਪੈਰਾਂ 'ਤੇ ਖੜਾ ਕਰ ਦਈਏ ਕਿ ਇਹੋ ਜਿਹੇ ਰੁਜ਼ਗਾਰ ਜਾਂ ਕਿੱਤਾ ਮੁਹੱਈਆ ਕਰਵਾਉਣ ਯੋਗ ਸੈਂਟਰ ਖੜ੍ਹੇ ਕੀਤੇ ਜਾਣ ਜਿੱਥੇ ਉਹਨਾਂ ਨੂੰ ਸਿਖਲਾਈ ਹੋਵੇ ਕਿ ਹੱਥ ਦੀਆਂ ਬਣੀਆਂ ਚੀਜ਼ਾਂ ਦੀ ਤਾਂ ਅੱਜ ਕੱਲ੍ਹ ਕੀਮਤ ਹੀ ਬਹੁਤ ਹੈ। ਉਹਦੇ ਵਿੱਚ
ਤੁਸੀਂ ਭਾਵੇਂ ਕੋਈ ਖਿਡੌਣੇ ਬਣਾਉਣੇ ਨੇ ਜਾਂ ਤੁਸੀਂ ਕੋਈ ਮਾਡਲਸ ਤਿਆਰ ਕਰਨੇ ਨੇ ਜਾਂ ਤੁਸੀਂ ਮੇਕਅਪ ਦੇ ਸਮਾਨ ਵੱਲ ਜਾਣਾ ਹੈ, ਸਿਲਾਈ ਕਢਾਈ ਵੱਲ ਜਾਣਾ ਹੈ, ਜਾਂ ਹੱਥ ਦੀਆਂ ਇੰਨੀਆਂ ਅਣਗਿਣਤ ਚੀਜ਼ਾਂ ਨੇ, ਬਹੁਤ ਨੇ। ਕੈਂਡਲਸ ਬਣਾ ਲਵੋ, ਜੋ ਮਰਜ਼ੀ ਕਰਕੇ ਬਹੁਤ ਉਹਦੀ ਵਿਕਰੀ ਹੋ ਸਕਦੀ ਹੈ। ਫਿਰ ਉਹਨੂੰ ਛੱਡੋ, ਤੁਸੀਂ ਅੱਗੇ ਆਪਣੇ ਖੇਤ ਵਿੱਚੋਂ ਨਿਕਲੀ, ਤੁਸੀਂ ਉਹਦੇ ਅਚਾਰ ਪਾ ਲਓ, ਤੁਸੀਂ ਉਹਦੇ ਮੁਰੱਬੇ ਬਣਾ ਰਹੇ ਹੋ, ਤੁਸੀਂ ਉਹਦੇ ਜੈਮ ਬਣਾ ਰਹੇ ਹੋ। ਯਾਨੀ ਇਹੋ ਜਿਹੀਆਂ ਚੀਜ਼ਾਂ ਹੈਂਡਮੇਡ ਦੀਆਂ ਆਪਣੇ ਆਪ ਸ਼ੁਰੂ ਕਰਨ ਤਾਂ ਉਸ ਪ੍ਰੋਡਿਊਸ ਨੂੰ ਅਸੀਂ ਕਾਫੀ ਅੱਗੇ ਐਡਵਾਂਸ ਕਰ ਸਕਦੇ ਹਾਂ। ਇਸੇ ਤਰ੍ਹਾਂ ਪੇਂਟਿੰਗਸ ਵੱਲ ਸ਼ੁਰੂ ਹੋ ਜਾਣ, ਉਹ ਜਿਹੜੀਆਂ ਮਤਲਬ ਬਹੁਤ ਚੀਜ਼ਾਂ ਨੇ। ਮੇਰਾ ਕਹਿਣ ਦਾ ਭਾਵ ਹੈ ਕਿ ਸਾਨੂੰ ਬੇਟੀਆਂ ਨੂੰ ਪਹਿਲਾਂ ਤਾਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਯੋਗ ਬਣਾਈਏ ਕਿ ਸਰਕਾਰੀ ਝਾਤ ਨਾ ਰੱਖੋ, ਤੁਸੀਂ ਆਪ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਸਿੱਖੋ। ਸੈਕਿੰਡ ਚੀਜ਼ ਉਹਨਾਂ ਨੂੰ ਜ਼ਰੂਰੀ ਜੇ ਇਸ ਵੇਲੇ ਗੱਤਕਾ ਸਿੱਖਣਾ ਜਾਂ ਆਪਣੇ ਸਰੀਰ ਦੀ ਰਾਖੀ ਲਈ ਜੂਡੋ ਕਰਾਟੇ ਸਿੱਖਣੇ। ਇਹ ਤੁਹਾਨੂੰ ਸ਼ਾਇਦ ਲੱਗੇਗਾ ਕਿ ਬਹੁਤੀ ਇੰਪੋਰਟੈਂਟ ਨਹੀਂ, ਪਰ ਜਿੰਨੀਆਂ ਕੁ ਸਾਡੀਆਂ ਬੇਟੀਆਂ ਕੰਮਾਂ 'ਤੇ ਨਿਕਲ ਰਹੀਆਂ ਨੇ, ਲੇਟ ਨਾਈਟ ਵਾਪਸ ਆ ਰਹੀਆਂ ਨੇ, ਜਿਵੇਂ ਖਰਾਬ ਹੋ ਰਹੀਆਂ ਨੇ, ਅਕੋਰਡਿੰਗ ਟੂ UNO 1% ਸਿਰਫ ਰਿਪੋਰਟ ਹੋ ਰਿਹਾ। ਅੰਦਾਜ਼ਾ ਲਾ ਲਓ 1%। ਸੋ ਉਹ ਸਾਰੀਆਂ ਬੱਚੀਆਂ ਨੂੰ ਜੇ ਸਰੀਰਕ ਪੱਖੋਂ ਤਗੜੀਆਂ ਨਾ ਹੋਈਆਂ, ਕਮਜ਼ੋਰ ਰੱਖੀਆਂ, ਤਾਂ ਸ਼ਿਕਾਰ ਬਣਦੀਆਂ ਰਹਿਣਗੀਆਂ। ਇਹ ਬਹੁਤ ਧਿਆਨ ਦੇਣ ਯੋਗ ਹੈ। ਸਾਡੇ ਸਕੂਲਾਂ ਵਿੱਚ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ। ਦੂਸਰੀ ਇੱਕ ਹੋਰ ਇੰਪੋਰਟੈਂਟ ਜਿਹੜੀ ਚੀਜ਼ ਹੈ ਇਸ ਤੋਂ ਇਲਾਵਾ, ਕਿ ਅਸੀਂ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਦੱਸਦੇ ਹੀ ਨਹੀਂ। ਮਿਸਾਲ ਵਜੋਂ ਕਿ ਇੱਕ ਔਰਤ ਦਾ ਜੀ ਮੈਂ ਤੁਹਾਨੂੰ ਸ਼ਾਇਦ ਨਾ ਅੰਦਾਜ਼ਾ ਹੋਵੇ ਤਾਂ ਬਾਲ ਵਿਆਹ ਫਿਗਰਸ ਪਏ ਨੇ, ਨੈਸ਼ਨਲ ਫਿਗਰਸ ਨੇ। ਬਾਲ ਵਿਆਹ ਵਿੱਚ ਰੈਗੂਲਰ 2013 ਤੋਂ ਬਾਅਦ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣੇ ਨੇੜੇ ਤੁਹਾਨੂੰ ਪਤਾ ਸਕੂਲ ਦੀ ਫਰੰਟ ਪੇਜ 'ਤੇ ਖਬਰ ਛਪੀ ਹੈ 5ਵੀਂ ਜਮਾਤ ਦੇ ਆਂਦੇ ਜਿੱਥੇ ਉਹਨਾਂ ਦੀ ਇੰਗੇਜਮੈਂਟਸ ਹੋ ਜਾਂਦੀਆਂ। ਸੋ ਇਹਦੇ 'ਤੇ ਸਖਤੀ ਨਾਲ ਰੋਕ ਲਾਉਣ ਦੀ ਲੋੜ ਹੈ। ਦੂਸਰੀ ਚੀਜ਼ ਕਿ ਅਸੀਂ ਉਹਨਾਂ ਨੂੰ ਅਸੀਂ ਸੈਕਸ ਐਜੂਕੇਸ਼ਨ ਦਾ ਨਾਂ ਲੈਂਦੇ ਸਰ ਹੋ ਹੱਲਾ ਅਸੀਂ ਬਹੁਤ ਜ਼ੋਰ ਦੀ ਮਚਾਉਂਦੇ ਹਾਂ, ਇਹ ਸਮਝੇ ਬਗੈਰ ਕਿ ਉਹਦੇ ਵਿੱਚ ਕੋਈ ਤੁਸੀਂ ਐਕਟ ਨਹੀਂ ਦਿਖਾ ਰਹੇ। ਤੁਸੀਂ ਆਪਣੇ ਸਰੀਰ ਦਾ ਖਿਆਲ ਕਿਵੇਂ ਰੱਖਣਾ ਹੈ, ਚੰਗੀ ਮਾੜੀ ਛੋਹ ਕੀ ਹੈ, ਜੇ ਇਸ ਤੋਂ ਜਾਣੂ ਹੀ ਨਹੀਂ ਕਰਾਵਾਂਗੇ ਤਾਂ ਸਾਡੀਆਂ ਬੇਟੀਆਂ ਇਸੇ ਤਰ੍ਹਾਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਨੇ, ਹੁੰਦੀਆਂ ਰਹਿਣਗੀਆਂ। ਇਹਨੂੰ ਜੇ ਦੁਨੀਆ ਭਰ ਵਿੱਚ ਇਸ ਵੇਲੇ ਇਸ ਚੀਜ਼ ਨੂੰ ਦਿਖਾਇਆ ਜਾ ਰਿਹਾ ਕਿ ਉਹ ਬਚ ਰਹੀਆਂ ਨੇ ਸਗੋਂ ਉਹਦੇ ਨਾਲ, ਤੇ ਅਸੀਂ ਕਿਸ ਕਰਕੇ ਲੁਕਾਉਣਾ ਚਾਹ ਰਹੇ ਹਾਂ ਕਿ ਸਾਡੇ ਮਨ 'ਚ ਖੋਟ ਹੈ, ਕਿ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਕਿਉਂ? ਕਿਉਂਕਿ ਅਸੀਂ ਉਹਨਾਂ ਨੂੰ ਸ਼ਿਕਾਰ ਬਣਾਉਣਾ। ਤੇ ਨਤੀਜਾ ਕੀ ਹੈ ਵੀ ਕਿਸੇ ਸਕੂਲ ਦੇ ਪ੍ਰਿੰਸੀਪਲ ਨੇ ਰੇਪ ਕਰ ਦਿੱਤਾ, ਕਿਸੇ ਸਕੂਲ ਦੇ ਡਰਾਈਵਰ ਨੇ ਰੇਪ ਕਰ ਦਿੱਤਾ, ਕਿਤੇ ਉੱਥੇ ਚੌਕੀਦਾਰ ਨੇ ਰੇਪ ਕਰਤਾ। ਕਿਉਂ ਅਸੀਂ ਇਹੋ ਜਿਹੀਆਂ ਖਬਰਾਂ ਸੁਣ ਰਹੇ? ਕਿਉਂ ਨਾ ਉਹਨਾਂ ਨੂੰ ਚੰਗੀ ਮਾੜੀ ਛੋਹ ਬਾਰੇ ਦੱਸਿਆ ਜਾਵੇ? ਸੋ ਇਹ ਵੀ ਬਹੁਤ ਇੰਪੋਰਟੈਂਟ ਮੁੱਦਾ ਜੇ। ਫਿਰ ਇਮਿਊਨਾਈਜੇਸ਼ਨ। ਹੁਣ ਦੇਖੋ ਨਾ, ਬੇਟੀਆਂ ਲਈ ਅੱਜ ਦੇ ਦਿਨ ਵੀ ਮੁਫਤ ਟੀਕਾਕਰਨ ਵਾਸਤੇ ਪੂਰੇ ਨਹੀਂ ਲੈ ਕੇ ਆਉਂਦੇ। ਬੇਟਿਆਂ ਲਈ ਕਹਿ ਦੇਣਗੇ ਪ੍ਰਾਈਵੇਟ ਵੀ ਲਵਾ ਲਾਂਗੇ, ਪਰ ਬੇਟੀਆਂ ਨੂੰ ਮੁਫਤ ਟੀਕਾਕਰਨ ਤੋਂ ਵੀ ਗੁਰੇਜ਼ ਕਰ ਜਾਂਦੇ ਨੇ। ਸੋ ਤੁਹਾਨੂੰ ਸ਼ਾਇਦ ਅੰਦਾਜ਼ਾ ਨਾ ਹੋਵੇ ਵੀ ਅਜੇ ਤੱਕ ਅਸੀਂ ਬਰਥ ਰੇਟ ਵੀ ਉਹਨਾਂ ਦਾ ਬਰਾਬਰ 1000 ਨਾਲ 1000 ਨਹੀਂ ਕਰ ਸਕੇ। ਪਰ ਜਦੋਂ ਟੀਕਾਕਰਨ 'ਤੇ 5 ਸਾਲ 'ਤੇ ਆਉਂਦਾ ਨਾ, ਉਹ ਬੇਟੀਆਂ ਦੀ ਗਿਣਤੀ ਬਸ 50% ਹੀ ਰਹਿ ਜਾਂਦੀ ਹੈ। ਉਹ ਬਾਕੀ ਮਰਦੀਆਂ ਨੇ, ਖਪਦੀਆਂ ਨੇ, ਲਵਾਉਂਦੇ ਨਹੀਂ, ਕੀ ਕਰਦੇ ਨੇ ਇਹ ਤਾਂ ਉਹੀ ਜਾਣਦੇ ਨੇ। ਪਰ ਅਸਲੀਅਤ ਸਾਡੀ ਅੱਜ ਵੀ ਇਹ ਜੇ ਅਸੀਂ ਦੇਖੀਏ ਕਿ ਅਸੀਂ ਧੀਆਂ ਲਈ ਜੇ ਮੁਫਤ ਟੀਕਾਕਰਨ ਨਹੀਂ, ਦੁੱਧ ਨਹੀਂ। ਹੁਣ ਇਹੋ ਜਿਹੇ ਕੇਸ ਤੁਸੀਂ ਅੰਦਾਜ਼ਾ ਲਾਓ, ਕੁੜੀਆਂ ਆਉਣਗੀਆਂ ਵੀ ਸਾਡੀ ਜੀ ਅਸੀਂ 6 ਮਹੀਨਿਆਂ ਤੋਂ ਟੁੱਟੀ ਜੁੱਤੀ ਪਾ ਰਹੇ ਹਾਂ ਅਤੇ ਉਹਨੂੰ ਅਸੀਂ ਲੀਰਾਂ ਨਾਲ ਬੰਨ੍ਹ ਕੇ ਪਾ ਰਹੇ ਹਾਂ, ਅਤੇ ਸਾਨੂੰ ਕਹਿ ਦਿੰਦੇ ਨੇ ਪਰਾਈ ਅਮਾਨਤ ਹੈ ਅਤੇ ਖਰਚਾ ਕਿਉਂ ਕਰਨਾ। ਬੜੀ ਚਿੰਤਾ ਦੀ ਗੱਲ ਹੈ ਕਿ ਸੋਚ ਅੱਜ ਵੀ ਉੱਥੇ ਖੜੀ ਹੈ ਜਿੱਥੇ ਸਾਲਾਂ ਪਹਿਲਾਂ ਖੜੀ ਸੀ। ਅਸੀਂ ਦਾਅਵੇ ਜ਼ਿਆਦਾ ਕਰ ਲਏ, ਪਰ ਦਾਅਵਿਆਂ ਦੇ ਵਿੱਚ ਅਸਲ ਹਕੀਕਤ ਕੁਝ ਹੋਰ ਹੈਗੀ। ਮੈਮ ਅਖੀਰ 'ਤੇ ਇੱਕ ਜ਼ਰੂਰ ਤੁਹਾਡੇ ਤੋਂ ਜਾਣ ਕੇ ਆਪਾਂ ਇਸ ਵੀਡੀਓ ਨੂੰ ਖ਼ਤਮ ਕਰਾਂਗੇ ਕਿ ਇੱਕ ਸੋਸ਼ਲ ਮੀਡੀਆ ਦਾ ਦੌਰ ਚੱਲਿਆ ਹੈਗਾ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਹੋਈਆਂ, ਪਰ ਨਾਲ ਦੀ ਨਾਲ ਬੜੀਆਂ ਚੀਜ਼ਾਂ ਨੈਗੇਟਿਵ ਵੀ ਹੋਈਆਂ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਗੀਤ ਸਾਹਮਣੇ ਆਇਆ ਸੀ, ਉਹਨੇ ਬੜੀਆਂ ਚਰਚਾਵਾਂ ਛਿੜੀਆਂ ਕਿ ਔਰਤਾਂ ਸੋਸ਼ਲ ਮੀਡੀਆ ਦੇ ਕਰਕੇ ਬਹੁਤ ਐਕਸਪਲੋਇਟ ਹੋ ਰਹੀਆਂ ਨੇ। ਤੁਹਾਡੇ ਧਿਆਨ ਦੇ ਵਿੱਚ ਵੀ ਇਹ ਚੀਜ਼ਾਂ ਹੋਣਗੀਆਂ ਵੀ ਇਹ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈਗਾ, ਇਹ ਔਰਤਾਂ ਦੇ ਲਈ ਚੰਗੇ ਸੰਕੇਤ ਲੈ ਕੇ ਆਇਆ ਜਾਂ ਫਿਰ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਵੀ ਹੋ ਰਹੀਆਂ? ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਦੇਖਿਓ, ਮੈਨੂੰ ਬੀਇੰਗ ਅ ਡਾਕਟਰ ਅਤੇ ਉਹ ਵੀ ਕਿਉਂਕਿ ਰਿਸਰਚਰ ਹਾਂ, ਅਤੇ ਹਰ ਚੀਜ਼ ਦੇ ਚੰਗੇ ਮਾੜੇ ਦੋਨੋਂ ਪੱਖ ਹੁੰਦੇ ਨੇ। ਮਿਸਾਲ ਵਜੋਂ ਅਲਟਰਾਸਾਊਂਡ ਦੀ ਇਜਾਦ ਹੋਈ ਤਾਂ ਉਹਦਾ ਮਤਲਬ ਸੀ ਕਹਿਰ ਟੁੱਟ ਗਿਆ ਕੁੜੀਆਂ 'ਤੇ ਕਿ ਉਹ ਮਾਂ ਦੇ ਢਿੱਡ 'ਚ ਕਤਲ ਹੋਣੀਆਂ ਸ਼ੁਰੂ ਹੋਈਆਂ। ਪਰ ਉਹਦੇ ਨਾਲ ਅਨੇਕ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਵਿੱਚ ਨਵ ਜੰਮੇ ਬੱਚੇ ਦੇ ਦਿਲ ਦੇ ਰੋਗ ਅਤੇ ਉਹ ਸਾਰਾ ਕੁਛ ਲੱਭੇ ਜਾ ਸਕੇ, ਅਸੀਂ ਜਾਨਾਂ ਬਚਾ ਸਕੇ।
ਬਿਲਕੁਲ ਇਸੇ ਤਰ੍ਹਾਂ ਹੁਣ ਜਿਵੇਂ ਸੋਸ਼ਲ ਮੀਡੀਆ ਦਾ ਉਹ ਸਾਡੇ ਗੁਣਾਂ ਵਾਲੀਆਂ ਬੇਟੀਆਂ ਜਿਹੜੀਆਂ ਸ਼ਾਇਦ ਕਦੇ ਸਾਹਮਣੇ ਨਾ ਆਉਂਦੀਆਂ, ਉਹਨਾਂ ਦਾ ਨਾਮ ਵੀ ਉਜਾਗਰ ਹੋਇਆ ਤੇ ਬੜਾ ਉਹਨਾਂ ਨੇ ਸਗੋਂ ਔਖੇ ਸਮਿਆਂ ਵਿੱਚੋਂ ਲੰਘ ਕੇ ਥੋੜ੍ਹੇ ਚੰਗੇ ਸਮੇਂ ਵੀ ਦੇਖੇ। ਹੁਣ ਇਹਦੀ ਨੈਗੇਟਿਵਿਟੀ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਬਹੁਤ ਸਾਰੀਆਂ ਬੇਟੀਆਂ ਖਰਾਬ ਵੀ ਹੋਈਆਂ, ਫਿਰ ਉਹਨਾਂ ਦੇ ਜਿਸ ਤਰੀਕੇ ਦਾ ਸਾਈਬਰ ਕ੍ਰਾਈਮ ਇਸ ਵੇਲੇ ਸਾਹਮਣੇ ਆ ਰਿਹਾ ਹੈ ਉਹ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ। ਇਹਦਾ ਮਤਲਬ ਇਹ ਕਿ ਜਿਹੜਾ ਪੋਜ਼ਿਟਿਵ ਐਸਪੈਕਟ ਅਸੀਂ ਦੇਖ ਰਹੇ ਹਾਂ ਓਨਾ ਹੀ ਨੈਗੇਟਿਵ ਐਸਪੈਕਟ ਵੀ ਹੈ, ਤੇ ਅਸੀਂ ਇਹ ਕਹੀਏ ਕਿ ਇਹਨੂੰ ਬੰਦ ਕਰ ਦਿੱਤਾ ਜਾਏ ਮੈਂ ਇਹਦੇ ਹੱਕ ਵਿੱਚ ਨਹੀਂ ਹਾਂ, ਕਿਉਂਕਿ ਉਹਦੇ ਤੋਂ ਥੋੜ੍ਹਾ ਧਿਆਨ ਨਾਲ ਵਰਤੀਏ ਮੇਰਾ ਖਿਆਲ ਉਹ ਬੈਟਰ ਹੁੰਦਾ। ਪਰ ਜਿਹੜਾ ਆਪ ਹੀ ਨੰਗੇਜ਼ ਖਿਲਾਰਨਾ ਚਾਹੁੰਦਾ ਹੋਏ ਉਹਦੀ ਇੱਛਾ, ਕਿਉਂਕਿ ਮੇਰਾ ਖਿਆਲ ਹੈ ਮੈਂ ਮੋਰਲ ਵੱਲੋਂ ਐਪਟੀਟਿਊਡ ਵੱਲੋਂ ਮੇਰਾ ਕੋਈ ਨਹੀਂ ਹੈ ਕਿ ਮੈਂ ਕਿਸੇ ਹੋਰ ਨੂੰ ਦੱਸਾਂ ਕਿ ਤੂੰ ਮੇਰੇ ਹਿਸਾਬ ਨਾਲ ਚੱਲ। ਆਪੋ ਆਪਣੀ ਜ਼ਿੰਦਗੀ ਆਪਣੇ ਆਪਣੇ ਹਿਸਾਬ ਨਾਲ ਜੀਣੀ ਚਾਹੀਦੀ ਹੈ। ਪਰ ਜਿਹੜੇ ਸਲਾਹ ਲੈਣਾ ਚਾਹਣ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਕਿਰਦਾਰ ਉੱਚੇ ਕਰ ਲਈਏ ਤਾਂ ਲੋਕ ਜਿੱਥੇ ਮਾਂ ਚੰਡੀ ਦਿਸ ਜਾਏ ਉੱਥੇ ਹਰ ਮਰਦ ਦਾ ਸਿਰ ਝੁਕਦਾ। ਇਸੇ ਤਰ੍ਹਾਂ ਹੀ ਜੇ ਔਰਤ ਆਪਣੇ ਆਪ ਨੂੰ ਬਾਜ਼ਾਰੂ ਬਣਾ ਲਏਗੀ ਤਾਂ ਜ਼ਰੂਰ ਸ਼ਿਕਾਰ ਬਣੇਗੀ, ਪਰ ਜੇ ਆਪ ਮਾਈ ਭਾਗੋ ਹੋਏਗੀ ਤੇ ਇੱਜ਼ਤ ਦੀ ਨਜ਼ਰ ਉਹਨੂੰ ਜ਼ਰੂਰ ਮਿਲੇਗੀ। ਸੋ ਗੱਲ ਤੇ ਆਪਣੇ ਕਿਰਦਾਰ ਤੇ ਹੈ। ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਹੜਾ ਜੀਣਾ ਚਾਹਵੇ, ਪਰ ਉਸ 'ਤੇ ਕਿਸੇ ਹੋਰ ਦਾ ਇਹ ਹੱਕ ਨਹੀਂ ਕਿ ਤੂੰ ਮੇਰੇ ਹਿਸਾਬ ਨਾਲ ਕੱਪੜੇ ਪਾ ਜਾਂ ਤੂੰ ਮੇਰੇ ਹਿਸਾਬ ਨਾਲ ਬੋਲ, ਮੇਰੇ ਹਿਸਾਬ ਨਾਲ ਹੱਸ, ਮੇਰੇ ਹਿਸਾਬ ਨਾਲ ਬੈਠ। ਇਹ ਚੀਜ਼ਾਂ ਅੱਜ ਦੇ ਸੰਭਵ ਨਹੀਂ, ਕਿਉਂਕਿ ਵੈਸੇ ਵੀ ਸੰਭਵ ਨਹੀਂ। ਹਰੇਕ ਬੰਦਾ ਆਪਣੀ ਅਲੱਗ ਆਇਡੈਂਟੀਟੀ ਰੱਖਦਾ ਤਾਂ ਉਸ ਹਿਸਾਬ ਨਾਲ ਚੱਲਦਾ। ਮੈਡਮ, ਅਖੀਰ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਚਲੋ ਤੁਸੀਂ ਇਹ ਤਾਂ ਦੱਸਦਾ ਕਿ ਔਰਤਾਂ ਆਪਣੀ ਸੁਰੱਖਿਆ ਲਈ ਕੀ ਕਰਨ, ਪਰ ਇੱਕ ਜ਼ਿੰਮੇਵਾਰੀ ਨਾਲ ਉਹਨਾਂ ਦੇ ਖੜੇ ਮਰਦ ਦੀ ਵੀ ਹੁੰਦੀ ਹੈ। ਹੁਣ ਅਖੀਰ ਤੇ ਇਹ ਚੀਜ਼ ਕਿ ਮਰਦ ਦੀ ਭੂਮਿਕਾ ਕੀ ਹੈਗੀ ਔਰਤਾਂ ਦੀ ਸੁਰੱਖਿਆ ਦੇ ਲਈ, ਇਹਦੇ ਨਾਲ ਹੀ ਆਪਾਂ ਮੈਂ ਦਰਅਸਲ ਹਮੇਸ਼ਾ ਇੱਕ ਪੋਜ਼ਿਟਿਵ ਨੋਟ 'ਤੇ ਹਮੇਸ਼ਾ ਖ਼ਤਮ ਕਰਦੀ ਹਾਂ। ਮੈਨੂੰ ਲੱਗਦਾ ਕਿ ਔਰਤ ਸ਼ਾਇਦ ਹੁੰਦੀ ਨਾ, ਹੋਣ ਦੀ ਮੁੱਕ ਗਈ ਹੁੰਦੀ ਜੇ ਉਹਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਮਰਦ ਨਾ ਖੜਿਆ ਹੁੰਦਾ। ਪਹਿਲੀ ਆਵਾਜ਼ ਵੀ ਜੇ ਅਸੀਂ ਕਹਿੰਦੇ ਔਰਤਾਂ ਦੇ ਹੱਕ ਵਿੱਚ ਚੁੱਕੀ ਗਈ ਸੀ, ਗੁਰੂ ਨਾਨਕ ਸਾਹਿਬ ਨੇ ਚੁੱਕੀ ਸੀ, ਬਲਕਿ ਇੰਨੀ ਉੱਚੀ ਕਿ ਉਹਨਾਂ ਨੂੰ ਇੱਕ ਮਰਦ ਤੋਂ ਤਾਂ ਰੱਖ ਦਿੱਤਾ ਵੀ ਇਹ ਤਾਂ ਜੰਮਣ ਵਾਲੀ ਜੇ। ਇਸੇ ਤਰ੍ਹਾਂ ਮੈਂ ਬਹੁਤ ਸਾਰੇ ਦੇਖੇ ਨੇ ਵੀਰ ਜਿਹੜੇ ਆਪਣੇ ਭੈਣਾਂ 'ਤੇ ਫਖਰ ਕਰਦੇ ਨੇ। ਮੈਂ ਪਿਓ ਦੇਖੇ ਨੇ ਜਿਹੜੇ ਕਹਿੰਦੇ ਨੇ ਇੱਕੋ ਹੀ ਕਰਨੀ ਆ, ਉਹ ਵੀ ਧੀ ਕਰਨੀ ਆ, ਅਤੇ ਬਹੁਤ ਮਾਣ ਕਰਦੇ ਨੇ ਉਹਦੇ 'ਤੇ। ਬਿਲਕੁਲ ਇਸੇ ਤਰ੍ਹਾਂ ਜਿੱਥੇ ਕਿਤੇ ਬਹੁਤ ਅੱਤ ਦਾ ਜ਼ੁਲਮ ਹੋਇਆ ਹੋਵੇ, ਮੈਂ ਆਪ ਵੇਖਿਆ ਕਿ ਉੱਥੇ ਸਾਡੇ ਹੀ ਵੀਰ ਖੜ੍ਹੇ ਹੁੰਦੇ ਨੇ ਉਸ ਦੇ ਵਿੱਚ, ਹੱਕ ਦੇ ਵਿੱਚ ਔਰਤ ਦੇ ਲਈ ਕਿ ਇਹਦੇ 'ਤੇ ਜ਼ੁਲਮ ਹੋਇਆ ਅਤੇ ਅਸੀਂ ਇਹਦੇ ਨਾਲ ਹਾਂ, ਇਹਦੀ ਸਪੋਰਟ ਕਰਨ ਲਈ ਖੜ੍ਹੇ ਹਾਂ। ਬਿਰਧ ਆਸ਼ਰਮਾਂ ਵਿੱਚ ਤੱਕ ਲੈ ਕੇ ਗਏ ਨੇ, ਇਲਾਜ ਫ੍ਰੀ ਕਰਾਉਣ ਲਈ ਵੀ ਪਹੁੰਚੇ ਨੇ। ਸੋ ਮਰਦ ਅਤੇ ਔਰਤ ਸਮਾਜ ਦਾ ਦਰਅਸਲ ਇੱਕ ਅਜਿਹੀ ਗੱਡੀ ਹੈ ਕਿ ਜੇ ਇਹਦਾ ਇੱਕ ਵੀ ਟਾਇਰ ਉੱਚਾ ਨੀਵਾਂ ਹੋ ਜਾਏ ਤਾਂ ਚੱਲ ਨਹੀਂ ਸਕਦੀ। ਸੋ ਪੋਜ਼ਿਟਿਵ ਨੋਟ ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਦੀਆਂ ਧੀਆਂ ਨੂੰ ਦੱਬ ਲਿਆ, ਬਹੁਤ ਅਨੇਕ, ਮੇਰਾ ਖਿਆਲ ਅਣਗਿਣਤ ਹੋ ਗਿਆ ਹੁਣ। ਅਤੇ ਹੁਣ ਬਹੁਤ ਸਾਰੀਆਂ ਨੇ ਵਿੱਚੋਂ ਉੱਚੀਆਂ ਉਡਾਰੀਆਂ ਮਾਰਨੀਆਂ ਸ਼ੁਰੂ ਵੀ ਕੀਤੀਆਂ ਨੇ। ਸੋ ਇੱਕ ਸਿਰਫ ਸੁਨੇਹਾ ਇਹੋ ਹੈ ਕਿ ਘਰ ਵਿਚਲੇ ਜੇ ਪੁੱਤਰ ਨੂੰ ਕੁਝ ਦੇਰ ਲਈ ਆਪਾਂ ਸਿੱਖਿਆ ਦੇ ਸਕੀਏ ਕਿ ਭਈ ਮਾਂ ਦੀ ਇੱਜ਼ਤ ਕਰਨੀ ਹੈ, ਭੈਣ ਦੀ ਇੱਜ਼ਤ ਕਰਨੀ ਹੈ, ਧੀ ਦੀ ਇੱਜ਼ਤ ਕਰਨੀ ਹੈ, ਅਤੇ ਉਸੇ ਤਰ੍ਹਾਂ ਜਿਹੜੀ ਗੁਆਂਢ ਦੀ ਧੀ ਹੈ ਉਹ ਮਜਾਜਣ ਲੰਘ ਗਈ ਖਹਿ ਕੇ ਵਾਲੀ ਨਹੀਂ ਹੈ, ਉਹਦੇ ਵਿੱਚ ਵੀ ਕਦੇ ਭੈਣ ਵੇਖ। ਅਤੇ ਇੱਕ ਵਾਰ ਪੁੱਤਰ ਨੂੰ ਵੀ ਕਹੀਏ ਕਾਕਾ 6 ਵੱਜ ਗਏ ਨੇ, ਹੁਣ ਤੂੰ ਬਾਹਰ ਨਹੀਂ ਨਿਕਲਣਾ, ਇੱਕ ਹਫ਼ਤਾ ਕਰਕੇ ਦੇਖੋ ਕੀ ਰੇਪਸ ਹੁੰਦੇ ਨੇ। ਜੇ ਬਾਜ਼ਾਰਾਂ ਵਿੱਚ ਰੇਪਸ ਨਹੀਂ ਹੁੰਦੇ, ਜੇ ਬਾਜ਼ਾਰਾਂ ਵਿੱਚ ਛੇੜਖਾਨੀ ਬੰਦ ਹੁੰਦੀ ਹੈ ਤਾਂ ਕੌਣ ਗੁਨਾਹਗਾਰ ਹੈ? ਸਮਾਜ ਨਹੀਂ, ਅਸੀਂ। ਜੇ ਸਾਡੇ ਘਰ ਦਾ ਪੁੱਤਰ ਬਾਹਰ ਕਿਸੇ ਦੀ ਧੀ ਨੂੰ ਨਹੀਂ ਛੇੜੇਗਾ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਲਵਾਂਗੇ ਕਿ ਪੁੱਤਰ ਸਮਝਾਉਣੇ ਨੇ, ਧੀਆਂ ਦੇ ਵਲਗਣਾ ਬਹੁਤ ਸਾਲ ਕਰ ਲੀਆਂ, ਕੁਝ ਮਹੀਨੇ ਹੀ ਕਰਕੇ ਵੇਖ ਲਓ ਵਲਗਣਾ ਪੁੱਤਰਾਂ 'ਤੇ ਪਾਈਏ, ਵੇਖੀਏ ਕ੍ਰਾਈਮ ਅਗੇਂਸਟ ਵੂਮਨ ਘਟਦਾ ਕਿ ਨਹੀਂ, ਸਾਨੂੰ ਵੀ ਸਮਝ ਆ ਜਾਏਗੀ ਅਸਲ ਕਿਹਨੂੰ ਰੋਕਣਾ। ਸੋ ਇਸ ਨਾਲ ਡਾਕਟਰ ਹਰਸ਼ਿੰਦਰ ਤਮਾਮ ਮਸਲੇ 'ਤੇ ਬੜੀ ਬਾਕੀ ਦੇ ਨਾਲ ਚਰਚਾ ਕੀਤੀ ਹੈ ਕਿ ਔਰਤਾਂ ਦੀ ਇਸ ਵੇਲੇ ਸਮਾਜ ਦੇ ਵਿੱਚ ਸਥਿਤੀ ਕੀ ਹੈਗੀ ਹੈ, ਸਰਕਾਰਾਂ ਕੀ ਦਾਅਵੇ ਕਰ ਰਹੀਆਂ, ਜ਼ਿੰਮੇਵਾਰੀਆਂ ਕਿਹਦੀਆਂ ਨੇ, ਕੌਣ ਜ਼ਿੰਮੇਵਾਰੀ ਨਿਭਾ ਰਿਹਾ ਤੇ ਕੌਣ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ, ਤਮਾਮ ਮਸਲੇ 'ਤੇ ਚਰਚਾ ਕੀਤੀ ਹੈ। ਤੁਸੀਂ ਵੀ ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।